ਡਾਕਟਰ ਜੋਸੇਫ ਦਾ ਅਗਲਾ ਲੇਖ ਹੈ ਮਾਨਸਿਕ ਉਪਚਾਰ ਦੀਆਂ ਵਿਵਹਾਰਕ ਤਕਨੀਕਾਂ। ਜਦੋਂ ਕੋਈ ਇੰਜੀਨੀਅਰ ਪੁਲ ਜਾਂ ਪੁਲਾੜੀ ਯਾਨ ਬਣਾਉਂਦਾ ਹੈ ਤਾਂ ਉਹ ਕਿਸੇ ਜਾਣੀ ਪਛਾਣੀ ਤਕਨੀਕ ਤੇ ਅਜ਼ਮਾਈ ਹੋਈ ਯੋਗਤਾਵਾਂ ਦੇ ਤਰੀਕਿਆਂ ਨਾਲ ਸਮੱਸਿਆ ਦਾ ਹੱਲ ਕਰਦਾ ਹੈ। ਇਹ ਤਕਨੀਕਾਂ, ਯੋਗਤਾਵਾਂ ਤੇ ਤਰੀਕੇ ਸਿੱਖਣੇ ਪੈਂਦੇ ਹੈ। ਇਸੇ ਤਰ੍ਹਾਂ ਤੁਹਾਡੇ ਜੀਵਨ ਨੂੰ ਨਿਯੰਤਰਿਤ ਤੇ ਨਿਰਦੇਸ਼ਿਤ ਕਰਨ ਦੀਆਂ ਵੀ ਕੁਝ ਤਕਨੀਕਾਂ, ਯੋਗਤਾਵਾਂ ਤੇ ਤਰੀਕੇ ਹਨ। ਇਹ ਤਰੀਕੇ ਤੇ ਤਕਨੀਕਾਂ ਬਹੁਤ ਮੁੱਢਲੀਆਂ ਹਨ। ਗੋਲਡਨ ਗੇਟ ਬ੍ਰਿਜ ਬਣਾਉਣ ਤੋਂ ਪਹਿਲਾਂ ਇੰਜੀਨੀਅਰਾਂ ਨੂੰ ਗਣਿਤ ਦੇ ਸਿਧਾਂਤ, ਦਬਾਅ ਤੇ ਤਣਾਅ ਨੂੰ ਸਮਝਣਾ ਸੀ। ਦੂਜਾ, ਉਹਨਾਂ ਨੂੰ ਆਪਣੇ ਮਸਤਿਸ਼ਕ ਵਿੱਚ ਖਾੜੀ ਉੱਤੇ ਸਿਰਮੌਰ ਪੁਲ ਦੀ ਮਾਨਸਿਕ ਤਸਵੀਰ ਬਣਾਉਣੀ ਸੀ। ਤੀਜਾ ਕਦਮ ਉਸ ਤਸਵੀਰ ਨੂੰ ਸਾਕਾਰ ਕਰਨ ਲਈ ਅਜ਼ਮਾਏ ਹੋਏ ਸਮੇਂ ਸਿੱਧ ਤਰੀਕਿਆਂ ਨੂੰ ਇਸਤੇਮਾਲ ਕਰਨਾ ਸੀ। ਜਦੋਂ ਇਹ ਤਿੰਨੇ ਪੈਂਡੇ ਪੂਰੇ ਹੋ ਗਏ ਤਾਂ ਪੁਲ ਬਣ ਗਿਆ ਤੇ ਕਾਰ ਚਲਾਉਣ ਵਾਲਿਆਂ ਦੀ ਕਈ ਪੀੜ੍ਹੀਆਂ ਇਸ ਤੋਂ ਪਾਰ ਜਾਣ ਲੱਗ ਪਈਆਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲੇ ਤਾਂ ਤੁਹਾਨੂੰ ਸਹੀ ਤਕਨੀਕਾਂ ਤੇ ਵਿਧੀਆਂ ਤੋਂ ਸ਼ੁਰੂਆਤ ਕਰਨੀ ਪਏਗੀ। ਪ੍ਰਾਰਥਨਾ ਦਾ ਜਵਾਬ ਵਿਗਿਆਨਕ ਤਰੀਕਿਆਂ ਨਾਲ ਮਿਲਦਾ ਹੈ। ਕੁਝ ਵੀ ਸੰਜੋਗ ਤੋਂ ਨਹੀਂ ਹੁੰਦਾ। ਇਹ ਵਿਵਸਥਾ ਤੇ ਨਿਯਮ ਕਾਇਦੇ ਦੀ ਦੁਨੀਆ ਹੈ। ਇਸ ਅਧਿਆਇ 'ਚ ਤੁਸੀਂ ਆਪਣੇ ਅਧਿਆਤਮਕ ਜੀਵਨ ਦੇ ਪ੍ਰਗਟੀਕਰਨ ਤੇ ਪੋਸ਼ਣ ਦੀ ਵਿਹਾਰਕ ਤਕਨੀਕਾਂ ਨੂੰ ਪਾਓਗੇ। ਤੁਹਾਡੀਆਂ ਪ੍ਰਾਰਥਨਾਵਾਂ ਨੂੰ ਗੁਬਾਰੇ ਵਾਂਗ ਹਵਾ 'ਚ ਲਟਕੇ ਰਹਿਣ ਦੀ ਲੋੜ ਨਹੀਂ ਹੈ। ਉਹਨਾਂ ਕਿਤੇ ਪਹੁੰਚਣਾ ਹੁੰਦਾ ਹੈ ਤੇ ਤੁਹਾਡੇ ਜੀਵਨ 'ਚ ਕੁਝ ਲਾਹਾ ਪੁੱਜਣਾ ਚਾਹੀਦਾ ਹੈ। ਪ੍ਰਾਰਥਨਾ ਦਾ ਵਿਸ਼ਲੇਸ਼ਣ ਕਰਨ ਤੇ ਪਤਾ ਚੱਲਦਾ ਹੈ ਕਿ ਇਹਦੀ ਕੋਈ ਵੱਖਰੀ ਵਿਧੀ ਤੇ ਤਰੀਕੇ ਹਨ। ਅਸੀਂ ਇਸ ਪੁਸਤਕ 'ਚ ਧਾਰਮਿਕ ਪੂਜਾ ਪਾਠ ਦੀ ਉਪਚਾਰਕ ਪ੍ਰਾਰਥਨਾਵਾਂ ਨੂੰ ਸ਼ਾਮਲ ਨਹੀਂ ਕਰਾਂਗੇ। ਸਮੂਹ ਆਰਾਧਨਾ ਦਾ ਆਪਣਾ ਮਹੱਤਵ ਹੈ, ਲੇਕਿਨ ਅਸੀਂ ਇੱਥੇ ਉਹਨਾਂ ਉੱਤੇ ਧਿਆਨ ਕੇਂਦਰਿਤ ਨਹੀਂ ਕਰਾਂਗੇ। ਸਾਡਾ ਮੁੱਢਲਾ ਧਿਆਨ ਤਾਂ ਵਿਅਕਤੀਗਤ ਪ੍ਰਾਰਥਨਾਵਾਂ ਤੇ ਉਹਨਾਂ ਪ੍ਰਭਾਵੀ ਤਰੀਕਿਆਂ ਤੇ ਹੈ ਜਿਹੜੀ ਤੁਹਾਡੀ ਯੋਜਨਾ ਦੀ ਜ਼ਿੰਦਗੀ 'ਚ ਸ਼ਾਮਲ ਕੀਤੇ ਜਿਹੜੀ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਸ਼ਾਮਲ ਕੀਤੇ ਜਾ ਸਕਣ ਤਾਂ ਜੋ ਤੁਹਾਨੂੰ ਜਾਂ ਦੂਜਿਆਂ ਨੂੰ ਮਦਦ ਮਿਲ ਸਕੇ। ਪ੍ਰਾਰਥਨਾ ਕਿਸੇ ਮਨ ਚਾਹੀ ਚੀਜ਼ ਤੋਂ ਜੁੜੇ ਵਿਚਾਰ ਦਾ ਸੂਤਰੀਕਰਨ ਹੈ। ਪ੍ਰਾਰਥਨਾ ਆਤਮਾ ਦੀ ਸੱਚੀ ਮਨੋਕਾਮਨਾ ਹੈ। ਤੁਹਾਡੀ ਮਨੋਕਾਮਨਾ ਹੀ ਤੁਹਾਡੀ ਪ੍ਰਾਰਥਨਾ ਹੈ। ਇਹ ਤੁਹਾਡੀ ਸਭ ਤੋਂ ਡੂੰਘੀ ਜ਼ਰੂਰਤਾਂ ਤੋਂ ਨਿਕਲਦੀ ਹੈ ਤੇ ਇਹਨਾਂ ਚੀਜ਼ਾਂ ਨੂੰ ਸਾਕਾਰ ਕਰਦੀ ਹੈ ਜਿੰਨਾ ਤੁਸੀਂ ਆਪਣੇ ਜੀਵਨ 'ਚ ਪਾਉਣਾ ਚਾਹੁੰਦੇ ਹੋ। ਉਹ ਲੋਕ ਧਨ ਹਨ ਜਿਹੜੇ ਧਰਮ ਪਰਾਇਣਤਾ ਦੇ ਭੁੱਖੇ ਤੇ ਪਿਆਸੇ ਹਨ, ਕਿਉਂਕਿ ਉਹਨਾਂ ਨੂੰ ਭਰ ਪੇਟ ਮਿਲੇਗਾ। ਇਹੀ ਪ੍ਰਾਰਥਨਾ ਦੀ ਸੱਚੀ ਪ੍ਰਕਿਰਤੀ ਹੈ। ਜੀਵਨ ਦੀ ਭੁੱਖ ਤੇ ਸ਼ਾਂਤੀ, ਸਦਭਾਵ, ਸਿਹਤ, ਖੁਸ਼ੀ ਤੇ ਜੀਵਨ ਦੇ ਬਾਕੀ ਹੋਰ ਬਖਸ਼ਿਸ਼ਾਂ ਨੂੰ ਪਾਉਣ ਦੇ ਕਾਰਗਰ ਅਭਿਵਿਅਕਤੀ। ਚੇਤਨ ਤੋਂ ਅਵਚੇਤਨ ਤੱਕ ਵਿਚਾਰ ਪਹੁੰਚਾਉਣ ਦੀ ਤਕਨੀਕ। ਪ੍ਰਭਾਵੀ ਪ੍ਰਾਰਥਨਾ ਦਾ ਰਹੱਸ ਅਵਚੇਤਨ ਮਨ ਨੂੰ ਇੱਛਤ ਨਤੀਜੇ ਨਾਲ ਸਰੋਬੋਰ ਕਰਦਾ ਹੈ। ਇੰਜ ਕਰਨ ਦਾ ਇੱਕ ਬੜਾ ਹੀ ਸੌਖਾ ਤਰੀਕਾ ਚੇਤਨ ਤੋਂ ਅਵਚੇਤਨ ਮਨ ਤੱਕ ਵਿਚਾਰ ਪਹੁੰਚਾਉਣ ਦੀ ਤਕਨੀਕ ਹੈ। ਇਸ 'ਚ ਮੁੱਢਲੇ ਤੌਰ ਤੇ ਅਵਚੇਤਨ ਮਨ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਇਹ ਚੇਤਨ ਮਨ ਦੇ ਨਿਵੇਦਨ ਨੂੰ ਉਸੇ ਰੂਪ 'ਚ ਸਵੀਕਾਰ ਕਰ ਲਏ। ਇਹ ਤਕਨੀਕ ਸੁਪਨੇ ਵਰਗੀ ਸਥਿਤੀ 'ਚ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦੀ ਹੈ। ਜਾਣ ਲਓ ਕਿ ਤੁਹਾਡੇ ਵਿੱਚ ਜ਼ਿਆਦਾ ਡੂੰਘੇ ਅਵਚੇਤਨ ਵਿੱਚ ਅਸੀਮ ਬੁੱਧੀਮਤਾ ਤੇ ਅਨੰਤ ਸ਼ਕਤੀ ਹੈ। ਬਸ ਸ਼ਾਂਤੀ ਨਾਲ ਆਪਣੀ ਮਨੋਕਾਮਨਾ ਬਾਰੇ ਸੋਚੋ। ਇਹਦੇ ਸਾਕਾਰ ਹੋਣ ਦੀ ਤਸਵੀਰ ਇਸੇ ਪਲ ਤੋਂ ਦੇਖਣਾ ਸ਼ੁਰੂ ਕਰ ਦਿਓ। ਉਸ ਨਿੱਕੀ ਕੁੜੀ ਵਾਂਗ ਬਣੋ ਜਿਹਨੂੰ ਬਹੁਤ ਬੁਰੀ ਤਰ੍ਹਾਂ ਖੰਘ ਸੀ ਤੇ ਗਲਾ ਖਰਾਬ ਸੀ। ਉਹਨੇ ਦ੍ਰਿੜਤਾ ਨਾਲ ਬਾਰ-ਬਾਰ ਤਸਦੀਕ ਕੀਤੀ ਕਿ ਖੰਘ ਹੁਣ ਜਾ ਰਹੀ ਹੈ, ਹੁਣ ਜਾ ਰਹੀ ਹੈ। ਚਮਤਕਾਰ ਹੋਇਆ ਕਿ ਖੰਘ 1 ਘੰਟੇ 'ਚ ਸੱਚੀ ਗਾਇਬ ਹੋ ਗਈ। ਇਸ ਤਕਨੀਕ ਦਾ ਇਸਤੇਮਾਲ ਪੂਰੀ ਇਮਾਨਦਾਰੀ ਤੇ ਸਹਿਜਤਾ ਨਾਲ ਕਰੋ। ਅਵਚੇਤਨ ਮਨ ਤੁਹਾਡੇ ਬਲਿਊ ਪ੍ਰਿੰਟ ਨੂੰ ਸਵੀਕਾਰ ਕਰ ਲੈਂਦਾ ਹੈ। ਜੇ ਤੁਸੀਂ ਆਪਣੇ ਤੇ ਪਰਿਵਾਰ ਦੇ ਲਈ ਨਵਾਂ ਘਰ ਬਣਾ ਰਹੇ ਹੋ, ਤੁਸੀਂ ਉਹਦੇ ਬਲਿਊ ਪ੍ਰਿੰਟ 'ਚ ਡੂੰਘੀ ਰੁਚੀ ਲੈਂਦੇ ਹੋ। ਤੁਸੀਂ ਇਹ ਸੁਨਿਸ਼ਚਿਤ ਕਰਨਾ ਚਾਹੋਗੇ ਕਿ ਭਵਨ ਨਿਰਮਾਤਾ ਤੁਹਾਡੀ ਬਲਿਊ ਪ੍ਰਿੰਟ ਦੀ ਪਾਲਣਾ ਕਰੇ। ਤੁਸੀਂ ਉਹਦੇ ਵੱਲੋਂ ਲਾਈ ਜਾਣ ਵਾਲੀ ਨਿਰਮਾਣ ਸਮੱਗਰੀ ਤੇ ਵੀ ਨਜ਼ਰ ਰੱਖੋਗੇ। ਤੁਸੀਂ ਜਾਣਦੇ ਹੋ ਕਿ ਤੁਹਾਡੇ ਭਾਵੀ ਮਕਾਨ ਦਾ ਜੀਵਨ ਇਸ ਦੀ ਗੁਣਵੱਤਾ ਤੇ ਨਿਰਭਰ ਕਰਦਾ ਹੈ। ਇਸ ਲਈ ਤੁਸੀਂ ਸਭ ਤੋਂ ਵਧੀਆ ਸੀਮੈਂਟ, ਬਿਜਲੀ ਦੇ ਤਾਰ, ਛੱਤ ਦੀ ਸਮੱਗਰੀ ਆਦਿ ਚੁਣੋਗੇ। ਕੀ ਇਸ 'ਚ ਸਿਆਣਪ ਨਹੀਂ ਹੋਏਗੀ ਕਿ ਤੁਸੀਂ ਇੰਨਾ ਹੀ ਧਿਆਨ ਆਪਣੇ ਮਾਨਸਿਕ ਘਰ ਦਾ ਵੀ ਰੱਖੋ? ਕੀ ਇਸ ਵਿੱਚ ਸਿਆਣਪ ਨਹੀਂ ਹੋਏਗੀ ਕਿ ਤੁਸੀਂ ਇੰਨੀ ਚਿੰਤਾ, ਖੁਸ਼ੀ ਤੇ ਸਮਰਿੱਧੀ ਦੇ ਆਪਣੇ ਮਾਨਸਿਕ ਬਲਿਊ ਪ੍ਰਿੰਟ ਦੀ ਕਰੋ?
ਤੁਹਾਡੇ ਸਾਰੇ ਅਨੁਭਵ ਤੇ ਜੀਵਨ 'ਚ ਦਾਖਲ ਹੋਣ ਵਾਲੀ ਹਰ ਚੀਜ਼ ਉਹਨਾਂ ਮਾਨਸਿਕ ਇੱਟਾਂ ਦੀ ਪ੍ਰਕਿਰਤੀ ਤੇ ਨਿਰਭਰ ਕਰਦੀ ਹੈ ਜਿਨ੍ਹਾਂ ਦਾ ਪ੍ਰਯੋਗ ਤੁਸੀਂ ਆਪਣੇ ਮਾਨਸਿਕ ਘਰ ਨੂੰ ਬਣਾਉਣ ਲਈ ਕਰਦੇ ਹੋ। ਜੇ ਤੁਹਾਡਾ ਮਾਨਸਿਕ ਬਲਿਊਪ੍ਰਿੰਟ ਡਰ, ਚਿੰਤਾ, ਤਣਾਅ ਜਾਂ ਥੁੜ ਤੋਂ ਬਣਿਆ ਹੈ, ਜੇ ਤੁਸੀਂ ਨਿਰਾਸ਼, ਸ਼ੰਕਾਲੂ ਤੇ ਦੋਸ਼ਦਰਸ਼ੀ ਹੋ, ਤਾਂ ਤੁਹਾਡੀ ਇਸ ਮਾਨਸਿਕ ਸਮੱਗਰੀ ਦੇ ਕਾਰਨ ਤੁਹਾਡੇ ਜੀਵਨ 'ਚ ਜ਼ਿਆਦਾ ਥਕਾਨ, ਸ਼ੰਕਾ, ਤਣਾਅ, ਚਿੰਤਾ ਤੇ ਸਾਰੀਆਂ ਤਰ੍ਹਾਂ ਦੀਆਂ ਰੁਕਾਵਟਾਂ ਪ੍ਰਗਟ ਹੋ ਜਾਣਗੀਆਂ। ਜੀਵਨ ਵਿੱਚ ਸਭ ਤੋਂ ਮੁੱਢਲੀ ਤੇ ਦੂਰਗਾਮੀ ਚੀਜ਼ ਉਹ ਹੈ ਜਿਹੜੀ ਤੁਸੀਂ ਹਰ ਘੰਟੇ ਆਪਣੀ ਮਾਨਸਿਕਤਾ 'ਚ ਬਣਾਉਂਦੇ ਹੋ। ਤੁਹਾਡੇ ਸ਼ਬਦ ਖਾਮੋਸ਼ ਤੇ ਅਦ੍ਰਿਸ਼ ਲੇਕਿਨ ਅਸਲ 'ਚ ਹੁੰਦੇ ਹਨ। ਤੁਸੀਂ ਹਰ ਸਮੇਂ ਆਪਣਾ ਮਾਨਸਿਕ ਘਰ ਬਣਾ ਰਹੇ ਹੋ। ਤੁਹਾਡੇ ਵਿਚਾਰ ਤੇ ਮਾਨਸਿਕ ਤਸਵੀਰਾਂ ਤੁਹਾਡੇ ਬਲਿਊ ਪ੍ਰਿੰਟ ਨੂੰ ਦਰਸਾਉਂਦੇ ਹਨ। ਹਰ ਘੰਟੇ, ਹਰ ਪਲ ਤੁਸੀਂ ਬਿਹਤਰੀਨ ਸਿਹਤ, ਸਫਲਤਾ ਤੇ ਖੁਸ਼ੀ ਦਾ ਨਿਰਮਾਣ ਕਰ ਸਕਦੇ ਹੋ। ਉਹਨਾਂ ਵਿਚਾਰਾਂ ਨਾਲ ਜਿਹੜੇ ਤੁਸੀਂ ਸੋਚਦੇ ਜਾਂ ਰੱਖਦੇ ਹੋ, ਉਹਨਾਂ ਵਿਸ਼ਵਾਸਾਂ ਤੋਂ ਜਿਨ੍ਹਾਂ ਨੂੰ ਤੁਸੀਂ ਸਵੀਕਾਰ ਕਰਦੇ ਹੋ, ਉਹਨਾਂ ਦ੍ਰਿਸ਼ਾਂ ਨਾਲ ਜਿਨ੍ਹਾਂ ਦੀ ਤੁਸੀਂ ਆਪਣੇ ਮਸਤਿਸ਼ਕ ਦੇ ਛੁਪੇ ਹੋਏ ਸਟੂਡੀਓ ਵਿੱਚ ਰਿਹਰਸਲ ਕਰਦੇ ਹੋ। ਜਿਸ ਰਾਜਸੀ ਮਹਿਲ ਦੇ ਨਿਰਮਾਣ 'ਚ ਤੁਸੀਂ ਲਗਾਤਾਰ ਜੁਟੇ ਰਹਿੰਦੇ ਹੋ, ਉਹ ਤੁਹਾਡਾ ਵਿਅਕਤੀਤਵ ਹੈ। ਇਸ ਧਰਤੀ ਤੇ ਤੁਹਾਡੀ ਪਹਿਚਾਣ ਹੈ। ਇਸ ਦੁਨੀਆ 'ਚ ਤੁਹਾਡੇ ਜੀਵਨ ਦੀ ਪੂਰੀ ਕਹਾਣੀ ਹੈ। ਇੱਕ ਨਵਾਂ ਬਲਿਊਪ੍ਰਿੰਟ ਬਣਾਓ। ਵਰਤਮਾਨ ਪਲ ਵਿੱਚ ਸ਼ਾਂਤੀ, ਖੁਸ਼ੀ ਤੇ ਸਦਭਾਵਨਾ ਦੇ ਅਹਿਸਾਸ ਦੁਆਰਾ ਇਹਨੂੰ ਖਾਮੋਸ਼ੀ ਨਾਲ ਬਣਾਓ। ਇਹਨਾਂ ਚੀਜ਼ਾਂ ਦਾ ਦਾਅਵਾ ਕਰਨ ਤੇ ਤੁਹਾਡਾ ਚੇਤਨ ਤੁਹਾਡੇ ਬਲਿਊਪ੍ਰਿੰਟ ਨੂੰ ਸਵੀਕਾਰ ਕਰ ਲਏਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਤਪੰਨ ਕਰ ਦੇਵੇਗਾ। ਉਹਨਾਂ ਦੇ ਨਤੀਜਿਆਂ ਨਾਲ ਤੁਸੀਂ ਉਹਨਾਂ ਨੂੰ ਪਛਾਣ ਲਓਗੇ। ਸੱਚੀ ਪ੍ਰਾਰਥਨਾ ਦਾ ਵਿਗਿਆਨ ਤੇ ਕਲਾ। ਵਿਗਿਆਨ ਦਾ ਅਰਥ ਸੰਯੋਜਿਤ, ਵਿਵਸਥਿਤ ਤੇ ਲੜੀਬੱਧ ਗਿਆਨ ਹੈ। ਸੱਚੀ ਪ੍ਰਾਰਥਨਾ ਦੇ ਵਿਗਿਆਨ ਤੇ ਕਲਾ ਬਾਰੇ ਜ਼ਰਾ ਗੌਰ ਨਾਲ ਸੋਚੀਏ। ਇਹ ਗਿਆਨ ਜੀਵਨ ਦੇ ਬੁਨਿਆਦੀ ਸਿਧਾਂਤਾਂ ਦੇ ਬਾਰੇ ਹੈ। ਇਸ ਵਿੱਚ ਉਹਨਾਂ ਤਕਨੀਕਾਂ ਤੇ ਪ੍ਰਕਿਰਿਆਵਾਂ ਦਾ ਵਰਣਨ ਹੈ ਜਿਹੜਾ ਤੁਹਾਡੇ ਜਾਂ ਹੋਰ ਕਿਸੇ ਵਿਅਕਤੀ ਦੇ ਜੀਵਨ 'ਚ ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ, ਜਿਹੜਾ ਪੂਰੇ ਵਿਸ਼ਵਾਸ ਨਾਲ ਉਹਨਾਂ ਨੂੰ ਲਾਗੂ ਕਰਦਾ ਹੈ। ਤੁਹਾਡੀ ਤਕਨੀਕ ਜਾਂ ਪ੍ਰਕਿਰਿਆ ਹੋਰ ਇਸ ਦੇ ਪਿੱਛੇ ਦਾ ਵਿਗਿਆਨ ਤੁਹਾਡੀ ਮਾਨਸਿਕ ਤਸਵੀਰ ਜਾਂ ਵਿਚਾਰ ਤੇ ਤੁਹਾਡੇ ਰਚਨਾਤਮਕ ਮਨ ਦੀ ਨਿਸ਼ਚਿਤ ਪ੍ਰਤੀਕਿਰਿਆ ਹੈ। ਮੰਗੋ ਤੇ ਤੁਹਾਨੂੰ ਮਿਲ ਜਾਏਗਾ। ਖੋਜੋ, ਤੁਸੀਂ ਪਾ ਲਓਗੇ। ਖੜਕਾਓ, ਤੁਹਾਡੇ ਲਈ ਦਰਵਾਜ਼ਾ ਖੁੱਲ੍ਹ ਜਾਏਗਾ। ਇਹ ਬਿਹਤਰੀਨ ਲਾਈਨ ਸਾਨੂੰ ਕੀ ਦੱਸਦੀ ਹੈ? ਇਹਦਾ ਸਪਸ਼ਟ ਅਰਥ ਹੈ ਕਿ ਤੁਸੀਂ ਜੋ ਚੀਜ਼ ਮੰਗੋਗੇ ਤੁਹਾਨੂੰ ਮਿਲ ਜਾਏਗੀ। ਜਦ ਤੁਸੀਂ ਖੜਕਾਓਗੇ ਤੁਹਾਡੇ ਲਈ ਦਰਵਾਜ਼ਾ ਖੁੱਲ੍ਹ ਜਾਏਗਾ। ਤੁਸੀਂ ਜਿਸ ਨੂੰ ਖੋਜ ਰਹੇ ਹੋ ਉਹਨੂੰ ਪਾ ਲਓਗੇ। ਇਸ ਸਬਕ ਵਿੱਚ ਮਾਨਸਿਕ ਤੇ ਅਧਿਆਤਮਕ ਨਿਯਮਾਂ ਦੀ ਨਿਸ਼ਚਿਤਤਾ ਹੈ। ਤੁਹਾਡੇ ਚੇਤਨ, ਚਿੰਤਨ ਤੇ ਤੁਹਾਡੇ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਹਮੇਸ਼ਾ ਸਿੱਧੀ ਪ੍ਰਤੀਕਿਰਿਆ ਕਰਦੀ ਹੈ। ਤੁਸੀਂ ਰੋਟੀ ਮੰਗੋਗੇ ਤਾਂ ਤੁਹਾਨੂੰ ਪੱਥਰ ਨਹੀਂ ਮਿਲਣਗੇ। ਤੁਹਾਨੂੰ ਪੂਰਾ ਵਿਸ਼ਵਾਸ ਨਾਲ ਮੰਗਣਾ ਪਏਗਾ ਤਾਂ ਹੀ ਤੁਹਾਨੂੰ ਮਿਲੇਗਾ। ਤੁਹਾਡਾ ਮਨ ਵਿਚਾਰ ਨਾਲ ਵਸਤੂ ਵੱਲ ਚੱਲਦਾ ਹੈ। ਜਦੋਂ ਤੱਕ ਮਨ 'ਚ ਤਸਵੀਰ ਨਹੀਂ ਹੋਏਗੀ ਤਦ ਤੱਕ ਮਨ ਨਹੀਂ ਚੱਲ ਸਕਦਾ, ਕਿਉਂਕਿ ਅੱਗੇ ਵਧਣ ਲਈ ਕੁਝ ਨਹੀਂ ਹੋਏਗਾ। ਤੁਹਾਡੀ ਪ੍ਰਾਰਥਨਾ, ਜਿਹੜਾ ਤੁਹਾਡਾ ਮਾਨਸਿਕ ਕਰਮ ਹੈ, ਨੂੰ ਪਹਿਲਾਂ ਤੁਹਾਡੀ ਮਾਨਸਿਕ ਤਸਵੀਰ ਨੂੰ ਬਣਾਉਣਾ ਪਏਗਾ। ਤਾਂ ਹੀ ਤੁਹਾਡੇ ਅਵਚੇਤਨ ਦੀ ਸ਼ਕਤੀ ਇਸ 'ਤੇ ਕੰਮ ਕਰਦੀ ਹੈ ਤੇ ਇਹਨੂੰ ਸਾਕਾਰ ਕਰ ਸਕਦੀ ਹੈ। ਤੁਹਾਨੂੰ ਆਪਣੇ ਮਸਤਿਸ਼ਕ ਵਿੱਚ ਸਹਿਮਤੀ ਦੇ ਬਿੰਦੂ 'ਤੇ ਪੁੱਜਣਾ ਪਏਗਾ, ਅਭਿਵਾਦਤ ਤੇ ਪੂਰਨ ਸਹਿਮਤੀ। ਇਸ ਤੋਂ ਇਲਾਵਾ ਆਪਣੀ ਮਨੋਕਾਮਨਾ ਦੀ ਪੂਰਤੀ ਨੂੰ ਪਹਿਲਾਂ ਤੋਂ ਹੀ ਦੇਖਣ ਦੀ ਖੁਸ਼ੀ ਤੇ ਸੁੱਖ ਦੀ ਭਾਵਨਾ ਹੋਣੀ ਚਾਹੀਦੀ ਹੈ। ਸੱਚੀ ਪ੍ਰਾਰਥਨਾ ਦੀ ਕਲਾ ਤੇ ਵਿਗਿਆਨ ਦਾ ਪੁਖਤਾ ਆਧਾਰ ਤੁਹਾਡਾ ਇਹ ਗਿਆਨ ਤੇ ਪੂਰਨ ਵਿਸ਼ਵਾਸ ਹੈ ਕਿ ਤੁਹਾਡੇ ਚੇਤਨ ਮਨ ਦੀ ਗਤੀਵਿਧੀ ਤੇ ਤੁਹਾਡਾ ਅਵਚੇਤਨ ਮਨ ਨਿਸ਼ਚਿਤ ਪ੍ਰਤੀਕਿਰਿਆ ਕਰੇਗਾ, ਜਿਸ 'ਚ ਅਸੀਮ ਗਿਆਨ ਤੇ ਅਸੀਮ ਸ਼ਕਤੀ ਹੈ। ਇਹਨਾਂ ਤਰੀਕਿਆਂ ਨਾਲ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਜਾਏਗਾ। ਤਸਵੀਰ ਦੀ ਤਕਨੀਕ। ਕਿਸੇ ਵਿਚਾਰ ਦੀ ਸੂਤਰੀਕਰਨ ਦਾ ਸਭ ਤੋਂ ਸੌਖਾ ਤੇ ਸਪਸ਼ਟ ਤਰੀਕਾ ਹੈ ਇਹਦੀ ਤਸਵੀਰ ਦੇਖਣਾ। ਆਪਣੇ ਮਨ ਦੀ ਅੱਖ ਨਾਲ ਇਹਨੂੰ ਉਨੀ ਸਪਸ਼ਟਤਾ ਨਾਲ ਵੇਖਣਾ ਜਿਵੇਂ ਇਹ ਸਾਕਾਰ ਹੈ। ਤੁਹਾਡੀ ਅੱਖ 'ਚ ਸਿਰਫ ਉਹੀ ਦੇਖ ਸਕਦੇ ਹੋ। ਤੁਹਾਡੀ ਅੱਖ ਨਾਲ ਸਿਰਫ ਉਹੀ ਦੇਖ ਸਕਦੇ ਹੋ ਜਿਹੜੀ ਬਾਹਰੀ ਜਗਤ ਵਿੱਚ ਪਹਿਲਾਂ ਤੋਂ ਮੌਜੂਦ ਹੈ। ਇਸ ਤਰ੍ਹਾਂ ਤੁਸੀਂ ਮਨ ਦੀ ਅੱਖ ਨਾਲ ਜਿਹੜੀ ਤਸਵੀਰ ਦੇਖ ਸਕਦੇ ਹੋ ਉਹ ਪਹਿਲਾਂ ਤੋਂ ਤੁਹਾਡੇ ਮਨ ਦੇ ਆਦਰਸ਼ ਖੇਤਰਾਂ ਵਿੱਚ ਮੌਜੂਦ ਹੁੰਦੀ ਹੈ। ਜਿਹੜੀ ਵੀ ਤਸਵੀਰ ਤੁਹਾਡੇ ਮਨ 'ਚ ਹੈ ਉਹ ਚਾਹੀ ਗਈ ਅਦ੍ਰਿਸ਼ ਚੀਜ਼ਾਂ ਦਾ ਪ੍ਰਮਾਣ ਹਨ। ਤੁਸੀਂ ਆਪਣੀ ਕਲਪਨਾ 'ਚ ਜਿਹਨੂੰ ਘੜਦੇ ਹੋ ਉਹ ਤੁਹਾਡੇ ਸਰੀਰ ਦੇ ਕਿਸੇ ਅੰਗ ਜਿੰਨਾ ਹੀ ਅਸਲ 'ਚ ਹੁੰਦਾ ਹੈ।
ਵਿਚਾਰ ਅਸਲ 'ਚ ਹੁੰਦੇ ਹਨ ਤੇ ਉਹ ਇੱਕ ਦਿਨ ਤੁਹਾਡੀ ਯਥਾਰਥਵਾਦੀ ਦੁਨੀਆ 'ਚ ਪ੍ਰਗਟ ਜ਼ਰੂਰ ਹੋਣਗੇ। ਸ਼ਰਤ ਸਿਰਫ ਇੰਨੀ ਹੈ ਕਿ ਤੁਹਾਨੂੰ ਮਾਨਸਿਕ ਤਸਵੀਰ ਦੇ ਪ੍ਰਤੀ ਨਿਸ਼ਠਾਵਾਨ ਰਹਿਣਾ ਪਏਗਾ। ਚਿੰਤਨ ਦੀ ਇਹ ਪ੍ਰਕਿਰਿਆ ਤੁਹਾਡੇ ਦਿਮਾਗ ਤੇ ਛਾਪ ਛੱਡ ਦਿੰਦੀ ਹੈ। ਇਹ ਛਾਪ ਬਾਅਦ ਵਿੱਚ ਤੁਹਾਡੇ ਜੀਵਨ ਅੰਦਰ ਤੱਥ ਦੇ ਅਨੁਭਵ ਦੇ ਤੌਰ ਤੇ ਸਾਹਮਣੇ ਆਉਂਦੀ ਹੈ। ਆਰਕੀਟੈਕਟ ਜਿਵੇਂ ਹੀ ਇਮਾਰਤ ਬਣਾਉਣਾ ਚਾਹੁੰਦੇ ਹਨ, ਪਹਿਲਾਂ ਉਹਦੀ ਤਸਵੀਰ ਨੂੰ ਦੇਖਦੇ ਹੈ। ਉਹਨੂੰ ਇਸੇ ਤਰ੍ਹਾਂ ਵੇਖਦੇ ਆ ਜਿਵੇਂ ਉਹਨੂੰ ਪੂਰਾ ਦੇਖਣਾ ਚਾਹੁੰਦੇ ਨੇ। ਉਹਨਾਂ ਦੀ ਕਲਪਨਾ ਤੇ ਵਿਚਾਰ ਪ੍ਰਕਿਰਿਆ ਇੱਕ ਪਲਾਸਟਿਕ ਦਾ ਸਾਂਚਾ ਬਣ ਜਾਂਦੀ ਹੈ ਜਿਸ ਨਾਲ ਇਮਾਰਤ ਉੱਭਰਦੀ ਹੈ। ਇਹ ਸੁੰਦਰ ਜਾਂ ਬਦਸੂਰਤ ਹੋ ਸਕਦੀ ਹੈ, ਗਗਨਚੁੰਬੀ ਇਮਾਰਤ ਜਾਂ ਇੱਕ ਮੰਜ਼ਿਲਾ ਘਰ ਹੋ ਸਕਦੀ ਹੈ, ਲੇਕਿਨ ਇਹ ਸਾਰਾ ਕੁਝ ਤਸਵੀਰ ਦੀ ਕਲਪਨਾ ਤੋਂ ਸ਼ੁਰੂ ਹੁੰਦਾ ਹੈ। ਆਰਕੀਟੈਕਟ ਦੀ ਮਾਨਸਿਕ ਤਸਵੀਰ ਕਾਗਜ਼ ਤੇ ਆਕਾਰ ਲੈਂਦੀ ਹੈ। ਅੰਤ ਵਿੱਚ ਠੇਕੇਦਾਰ ਤੇ ਭਵਨ ਨਿਰਮਾਤਾ ਲੋੜੀਂਦੀ ਸਮੱਗਰੀ ਇਕੱਠਾ ਕਰਦੇ ਹੈ। ਇਮਾਰਤ ਬਣਨ ਲੱਗਦੀ ਹੈ। ਪੂਰੀ ਹੋਣ ਤੇ ਆਰਕੀਟੈਕਟ ਦੇ ਮਾਨਸਿਕ ਸਾਂਚੇ ਦੇ ਅਨੁਰੂਪ ਹੁੰਦੀ ਹੈ। ਮੈਂ ਸਰੋਤਿਆਂ ਦੇ ਸਾਹਮਣੇ ਭਾਸ਼ਣ ਦੇਣ ਤੋਂ ਪਹਿਲਾਂ ਹਮੇਸ਼ਾ ਤਸਵੀਰ ਦੀ ਤਕਨੀਕ ਅਜ਼ਮਾਉਂਦਾ। ਮੈਂ ਆਪਣੇ ਮਸਤਿਸ਼ਕ ਨੂੰ ਸ਼ਾਂਤ ਕਰ ਲੈਂਦਾ ਤਾਂ ਜੋ ਵਿਚਾਰ ਦੀ ਤਸਵੀਰ ਅਵਚੇਤਨ ਮਨ ਤੱਕ ਪਹੁੰਚਾ ਸਕਾਂ। ਫਿਰ ਮੈਂ ਪੂਰੇ ਸਮਾਗਮ ਦੀ ਤਸਵੀਰ ਦੇਖਦਾ। ਇਹਦੀਆਂ ਕੁਰਸੀਆਂ ਮਰਦਾਂ ਤੇ ਔਰਤਾਂ ਨਾਲ ਭਰੀਆਂ ਹੋਈਆਂ। ਉਹ ਆਪਣੇ ਅੰਦਰ ਦੀ ਅਸੀਮ ਉਪਚਾਰ ਸ਼ਕਤੀ ਨਾਲ ਉਤਸ਼ਾਹਿਤ ਹਨ। ਮੈਂ ਉਹਨਾਂ ਨੂੰ ਸਿਹਤਮੰਦ, ਖੁਸ਼ ਤੇ ਸੁਤੰਤਰ ਦੇਖਦਾ। ਆਪਣੀ ਕਲਪਨਾ 'ਚ ਵਿਚਾਰ ਲਿਆਉਣ ਤੋਂ ਬਾਅਦ ਮੈਂ ਇਸ ਮਾਨਸਿਕ ਤਸਵੀਰ ਨੂੰ ਬਣਾਏ ਰੱਖਦਾ। ਕਲਪਨਾ ਕਰਦਾ ਕਿ ਲੋਕੀ ਕਹਿ ਰਹੇ ਹਨ ਕਿ ਮੈਂ ਠੀਕ ਹੋ ਗਿਆ, ਮੈਨੂੰ ਬੜਾ ਚੰਗਾ ਲੱਗ ਰਿਹਾ, ਮੇਰੀ ਕਾਇਆ ਪਲਟ ਹੋ ਗਈ। ਮੈਂ ਤਕਰੀਬਨ 10 ਮਿੰਟਾਂ ਤੱਕ ਇੰਜ ਕਰਦਾ। ਮੈਂ ਆਪਣੇ ਆਪ ਨੂੰ ਇਹ ਅਹਿਸਾਸ ਦਿਵਾਉਣਾ ਕਿ ਹਰ ਵਿਅਕਤੀ ਦਾ ਮਨ ਤੇ ਸਰੀਰ ਪ੍ਰੇਮ, ਪੂਰਨਤਾ, ਸੁੰਦਰਤਾ ਨਾਲ ਭਰਿਆ ਹੋਇਆ। ਮੇਰਾ ਅਹਿਸਾਸ ਉਸ ਬਿੰਦੂ ਤੱਕ ਪੁੱਜ ਜਾਂਦਾ ਜਿੱਥੇ ਮੈਂ ਮਨ ਅੰਦਰ ਜਨਤਾ ਦੀ ਆਵਾਜ਼ ਸੁਣ ਸਕਦਾ ਜੋ ਉਹਨਾਂ ਦੀ ਸਿਹਤ ਤੇ ਖੁਸ਼ੀ ਦੀ ਤਸਦੀਕ ਕਰਦੀ ਹੈ। ਫਿਰ ਮੈਂ ਪੂਰੀ ਤਸਵੀਰ ਨੂੰ ਮੁਕਤ ਕਰ ਦਿੰਦਾ, ਸਟੇਜ ਉੱਤੇ ਪੁੱਜ ਜਾਂਦਾ। ਇਸ ਤਕਨੀਕ ਦਾ ਪ੍ਰਯੋਗ ਕਰਨ ਤੋਂ ਬਾਅਦ ਮੈਂ ਜਦ ਵੀ ਬੋਲਦਾ, ਹਰ ਵਾਰੀ ਕੁਝ ਲੋਕ ਬਾਅਦ ਤੱਕ ਰੁਕ ਕੇ ਮੈਨੂੰ ਦੱਸਦੇ ਆ ਕਿ ਉਹਨਾਂ ਨੂੰ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਗਿਆ। ਮਾਨਸਿਕ ਫਿਲਮ ਵਿਧੀ। ਜਿਵੇਂ ਕਿ ਪੁਰਾਣਾ ਅਖਾਣ ਦਾਅਵਾ ਕਰਦਾ ਹੈ, ਇੱਕ ਤਸਵੀਰ 1000 ਸ਼ਬਦਾਂ ਦੇ ਬਰਾਬਰ ਹੈ। ਇਸ ਤੱਥ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਅਵਚੇਤਨ ਮਨ ਕਿਸੇ ਵੀ ਤਸਵੀਰ ਨੂੰ ਸਾਕਾਰ ਕਰ ਦੇਗਾ, ਬਸ਼ਰਤੇ ਉਹਦੇ ਪਿੱਛੇ ਆਸਥਾ ਹੋਵੇ। ਇਸ ਤਰ੍ਹਾਂ ਕੰਮ ਕਰੋ ਜਿਵੇਂ ਮੈਂ ਹਾਂ ਤੇ ਮੈਂ ਸੱਚਮੁੱਚ ਮੌਜੂਦ ਰਹਾਂਗਾ। ਕੁਝ ਸਾਲ ਪਹਿਲਾਂ ਮੈਂ ਮਿਡਵੈਸਟ ਵਿੱਚ ਇੱਕ ਲੈਕਚਰ ਟੂਰ ਤੇ ਸੀ। ਇਸ ਸਿਲਸਿਲੇ 'ਚ ਮੈਨੂੰ ਕੁਝ ਹੋਰ ਰਾਜਾਂ 'ਚ ਜਾਣਾ ਪਿਆ। ਮੈਂ ਉਸ ਇਲਾਕੇ 'ਚ ਇੱਕ ਸਥਾਈ ਜਗ੍ਹਾ ਚਾਹੁੰਦਾ ਸੀ ਤਾਂ ਕਿ ਮੈਂ ਲੋੜਵੰਦ ਲੋਕਾਂ ਦੀ ਸੇਵਾ ਕਰ ਸਕਾਂ। ਮੈਂ ਬੜੀ ਦੂਰ ਦੂਰ ਤਾਈਂ ਯਾਤਰਾ ਕੀਤੀ, ਲੇਕਿਨ ਸਥਾਈ ਜਗ੍ਹਾ ਦੇ ਵਿਚਾਰ ਨੂੰ ਨਹੀਂ ਭੁੱਲਿਆ। ਇੱਕ ਰਾਤ ਨੂੰ ਸਪੋਕੇਨ, ਵਾਸ਼ਿੰਗਟਨ 'ਚ ਮੈਂ ਆਪਣੇ ਹੋਟਲ ਦੇ ਕਮਰੇ 'ਚ ਪਲੰਗ ਤੇ ਆਰਾਮ ਕਰ ਰਿਹਾ ਸੀ। ਮੈਂ ਆਪਣੇ ਧਿਆਨ ਨੂੰ ਸਥਿਰ ਕਰ ਲਿਆ। ਸ਼ਾਂਤ ਤੇ ਨਿਸ਼ਕਰੀय ਤਰੀਕੇ ਨਾਲ ਮੈਂ ਕਲਪਨਾ ਕੀਤੀ ਕਿ ਮੈਂ ਬਹੁਤ ਬੜੇ ਲੋਕਾਂ ਦੇ ਇਕੱਠ ਅੱਗੇ ਭਾਸ਼ਣ ਦੇ ਰਿਹਾ ਸੀ। ਮੈਂ ਸੁਣਨ ਵਾਲੇ ਲੋਕਾਂ ਨੂੰ ਕਿਹਾ, ਮੈਨੂੰ ਇੱਥੇ ਆ ਕੇ ਖੁਸ਼ੀ ਹੋਈ। ਮੈਂ ਇਸ ਆਦਰਸ਼ ਮੌਕੇ ਲਈ ਪ੍ਰਾਰਥਨਾ ਕੀਤੀ ਹੈ। ਮੈਂ ਆਪਣੇ ਮਨ ਦੀਆਂ ਅੱਖਾਂ ਨਾਲ ਕਾਲਪਨਿਕ ਭੀੜ ਨੂੰ ਵੇਖਿਆ। ਮੈਨੂੰ ਇਹ ਵਾਸਤਵਿਕ ਲੱਗੀ। ਮੈਂ ਕਿਸੇ ਐਕਟਰ ਵਾਂਗ ਇਸ ਮਾਨਸਿਕ ਫਿਲਮ ਦਾ ਨਾਟਕੀਕਰਨ ਕੀਤਾ। ਮੈਂ ਸੰਤੋਖ ਮਹਿਸੂਸ ਕੀਤਾ ਕਿ ਇਹ ਤਸਵੀਰ ਮੇਰੇ ਅਵਚੇਤਨ ਮਨ ਤੱਕ ਪੁੱਜ ਰਹੀ ਹੈ, ਜਿਹੜਾ ਆਪਣੇ ਤਰੀਕੇ ਨਾਲ ਇਸ ਨੂੰ ਵਾਸਤਵਿਕਤਾ 'ਚ ਬਦਲ ਦੇਵੇਗਾ। ਅਗਲੀ ਸਵੇਰ ਜਾਗਣ ਤੇ ਮੈਨੂੰ ਕਾਫੀ ਸ਼ਾਂਤੀ ਤੇ ਸੰਤੋਖ ਦਾ ਅਹਿਸਾਸ ਹੋਇਆ। ਕੁਝ ਦਿਨਾਂ ਬਾਅਦ ਮੇਰੇ ਕੋਲ ਮਿਡਵੈਸਟ ਦੀ ਇੱਕ ਸੰਸਥਾ ਦਾ ਫੋਨ ਆਇਆ। ਉਹ ਮੈਨੂੰ ਆਪਣਾ ਡਾਇਰੈਕਟਰ ਬਣਾਉਣਾ ਚਾਹੁੰਦੇ ਸਨ। ਮੈਂ ਉਸ ਪਹਿਲ ਨੂੰ ਸਵੀਕਾਰ ਕਰ ਲਿਆ ਤੇ ਕਈ ਸਾਲਾਂ ਤੱਕ ਉੱਥੇ ਰਹਿ ਕੇ ਬੜਾ ਤਸੱਲੀ ਬਖਸ਼ ਕੰਮ ਕਰਨ ਦਾ ਆਨੰਦ ਮਾਣਿਆ। ਜਿਸ ਤਰੀਕੇ ਦਾ ਵਰਣਨ ਮੈਂ ਕੀਤਾ ਉਹਨੂੰ ਅਕਸਰ ਮਾਨਸਿਕ ਫਿਲਮ ਵਿਧੀ, ਮੈਂਟਲ ਮੂਵੀ ਮੈਥਡ ਕਿਹਾ ਜਾਂਦਾ ਹੈ। ਮੈਨੂੰ ਬੜੇ ਲੋਕਾਂ ਦੇ ਪੱਤਰ ਮਿਲਦੇ ਹੈ ਜਿਨ੍ਹਾਂ ਨੇ ਮੇਰੀਆਂ ਕਿਤਾਬਾਂ ਪੜ੍ਹੀਆਂ ਹਨ ਜਾਂ ਮੇਰੇ ਭਾਸ਼ਣ ਸੁਣੇ ਹਨ। ਉਹ ਮੈਨੂੰ ਇਸ ਤਕਨੀਕ ਨਾਲ ਹਾਸਲ ਹੋਏ ਹੈਰਾਨੀਕੁੰਨ ਨਤੀਜਿਆਂ ਬਾਰੇ ਦੱਸਦੇ ਹਨ। ਮਾਨਸਿਕ ਫਿਲਮ ਵਿਧੀ ਇੱਕ ਖੇਤਰ 'ਚ ਖਾਸੀ ਉਪਯੋਗੀ ਲੱਗਦੀ ਹੈ, ਜਾਇਦਾਦ ਵੇਚਣ। ਜੇਕਰ ਤੁਸੀਂ ਕੋਈ ਮਕਾਨ ਜਾਂ ਜਾਇਦਾਦ ਵੇਚਣਾ ਚਾਹੁੰਦੇ ਹੋ ਤਾਂ ਮੇਰਾ ਸੁਝਾਅ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਆਪਣੇ ਮਨ 'ਚ ਇਹ ਤਸੱਲੀ ਕਰ ਲਓ ਕਿ ਤੁਹਾਡੇ ਵੱਲੋਂ ਤੈਅ ਕੀਤੀ ਗਈ ਕੀਮਤ ਸਹੀ ਹੈ, ਤੁਹਾਡੇ ਤੇ ਖਰੀਦਦਾਰ ਦੋਨਾਂ ਦੇ ਹਿਸਾਬ ਨਾਲ ਇਹ ਦਰੁਸਤ ਹੈ। ਇਸ ਤੋਂ ਬਾਅਦ ਆਪਣੇ ਮਸਤਿਸ਼ਕ ਨੂੰ ਸ਼ਾਂਤ ਕਰ ਲਓ, ਸਿਥਲ ਹੋ ਜਾਓ, ਆਰਾਮ ਕਰੋ, ਨੀਂਦਰ ਦੀ ਨਿਸ਼ਕਰੀ ਅਵਸਥਾ 'ਚ ਚਲੇ ਜਾਓ।
ਤਾਂ ਜੋ ਸਾਰੀਆਂ ਮਾਨਸਿਕ ਕੋਸ਼ਿਸ਼ਾਂ ਘੱਟੋ ਘੱਟ ਹੋ ਜਾਣ। ਹੁਣ ਆਪਣੇ ਹੱਥਾਂ 'ਚ ਚੈੱਕ ਦੀ ਤਸਵੀਰ ਦੇਖੋ। ਚੈੱਕ ਪਾਉਣ 'ਤੇ ਖੁਸ਼ੀ ਮਨਾਓ, ਚੈੱਕ ਲਈ ਧੰਨਵਾਦ ਦਿਓ ਤੇ ਆਪਣੇ ਮਸਤਿਸ਼ਕ ਵਿੱਚ ਬਣੀ ਪੂਰੀ ਮਾਨਸਿਕ ਫਿਲਮ ਦੀ ਸਹਿਜਤਾ ਅਨੁਭਵ ਕਰਦੇ ਸੌਂ ਜਾਓ। ਤੁਹਾਨੂੰ ਇਸ ਤਰ੍ਹਾਂ ਕੰਮ ਕਰਨਾ ਹੈ ਜਿਵੇਂ ਸੱਚ ਹੋ ਚੁੱਕਿਆ ਹੈ। ਇੰਜ ਕਰਨ ਨਾਲ ਅਵਚੇਤਨ ਮਨ 'ਤੇ ਇਹਦੀ ਛਾਪ ਬਣ ਜਾਏਗੀ। ਫਿਰ ਅਸੀਮ ਬੁੱਧੀਮਤਾ ਉਸ ਖਰੀਦਦਾਰ ਨੂੰ ਤੁਹਾਡੇ ਵੱਲ ਆਕਰਸ਼ਿਤ ਕਰੇਗੀ ਜਿਹੜਾ ਉਸ ਜਾਇਦਾਦ ਨੂੰ ਸੱਚਮੁੱਚ ਹੀ ਚਾਹੁੰਦਾ ਹੈ ਤੇ ਜਿਹੜਾ ਇਹਨੂੰ ਪ੍ਰੇਮ ਕਰੇਗਾ ਤੇ ਇਸ ਨਾਲ ਸਮਰਿੱਧ ਹੋ ਜਾਏਗਾ। ਮਸਤਿਸ਼ਕ ਦੇ ਜ਼ਿਆਦਾ ਡੂੰਘੇ ਪ੍ਰਵਾਹ ਨਾਲ ਖਰੀਦਣ ਤੇ ਵੇਚਣ ਵਾਲੇ ਇੱਕੋ ਵੇਲੇ ਆ ਜਾਂਦੇ ਹੈ। ਆਸਥਾ ਹੋਣ ਤੇ ਮਨ 'ਚ ਪਈ ਮਾਨਸਿਕ ਤਸਵੀਰ ਹਕੀਕਤ ਬਣ ਜਾਏਗੀ। ਬੋਡੋਇਨ ਤਕਨੀਕ। ਚਾਰਲਸ ਬੋਡੋਇਨ ਫਰਾਂਸ ਦੇ ਰੂਸੋ ਇੰਸਟੀਚਿਊਟ 'ਚ ਪ੍ਰੋਫੈਸਰ ਸੀ। ਉਹ ਨਿਊ ਨੈਂਸੀ ਸਕੂਲ ਆਫ ਹੀਲਿੰਗ ਦੇ ਕੁਸ਼ਲ ਸਾਈਕੋਥੈਰੇਪਿਸਟ ਤੇ ਰਿਸਰਚ ਨਿਰਦੇਸ਼ਕ ਸਨ। ਉਹਨਾਂ ਨੇ ਪਾਇਆ ਕਿ ਅਵਚੇਤਨ ਮਨ ਨੂੰ ਪ੍ਰਭਾਵਿਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਂਘ ਦੀਆਂ ਨਿਸ਼ਕਰਿਆ ਜਾਂ ਨੀਂਦਰ ਵਰਗੀ ਅਵਸਥਾ 'ਚ ਪੁੱਜਣਾ ਹੈ ਜਿੱਥੇ ਸਾਰੀਆਂ ਕੋਸ਼ਿਸ਼ਾਂ ਘੱਟੋ ਘੱਟ ਹੋ ਜਾਣ। ਫਿਰ ਚਿੰਤਨ ਰਾਹੀਂ ਇਹ ਵਿਚਾਰ ਸ਼ਾਂਤ ਨਿਸ਼ਕਰਿਆ ਗ੍ਰਹਿਣਸ਼ੀਲ ਤਰੀਕਿਆਂ ਰਾਹੀਂ ਅਵਚੇਤਨ ਵੱਲ ਪੁੱਜ ਜਾਂਦਾ ਹੈ। ਜਿਵੇਂ ਕਿ ਬੋਡੋਇਨ ਨੇ ਸਪਸ਼ਟ ਕੀਤਾ, ਇੰਜ ਕਰਨ ਅਵਚੇਤਨ ਮਨ ਨੂੰ ਭਰਨ ਦਾ ਇੱਕ ਸੌਖਾ ਤਰੀਕਾ ਸੁਝਾਈ ਵਸਤੂ ਦੇ ਵਿਚਾਰ ਨੂੰ ਸੰਖੇਪਤ ਕਰਨਾ ਹੈ। ਇਹਨੂੰ ਤਤਕਾਲ ਯਾਦ ਹੋਣ ਵਾਲੇ ਸੰਖੇਪਤ ਵਾਕੰਸ਼ ਵਿੱਚ ਵਿਅਕਤ ਕਰਨਾ ਹੈ, ਲੋਰੀ ਵਾਂਗ ਬਾਰ-ਬਾਰ ਦੁਹਰਾਉਣਾ ਹੈ। ਕੁਝ ਸਾਲ ਪਹਿਲਾਂ ਲਾਸ ਐਂਜਲਸ ਵਿੱਚ ਇੱਕ ਮੁਟਿਆਰ ਵਿਧਵਾ ਲੰਮੇ ਤੇ ਕੌੜੇ ਪਰਿਵਾਰਕ ਮਸਲੇ 'ਚ ਉਲਝ ਗਈ ਸੀ। ਉਹਦੇ ਸਵਰਗਵਾਸੀ ਪਤੀ ਨੇ ਪੂਰੀ ਜਾਇਦਾਦ ਉਹਦੇ ਨਾਂ ਕਰਤੀ ਸੀ, ਲੇਕਿਨ ਪਹਿਲੀ ਸ਼ਾਦੀ ਤੋਂ ਉਹਦੇ ਧੀ ਪੁੱਤਾਂ ਨੇ ਵਸੀਅਤ ਨੂੰ ਗੈਰ ਕਾਨੂੰਨੀ ਠਹਿਰਾਉਣ ਲਈ ਮੁਕੱਦਮਾ ਦਾਇਰ ਕਰ ਦਿੱਤਾ। ਉਹਨਾਂ ਨੇ ਵਿਧਵਾ ਵੱਲੋਂ ਪੇਸ਼ ਸਮਝੌਤੇ ਦੀ ਪਹਿਲ ਨੂੰ ਠੁਕਰਾ ਦਿੱਤਾ ਸੀ। ਜਦੋਂ ਇਸ ਵਿਧਵਾ ਨੇ ਮੇਰੀ ਮਦਦ ਮੰਗੀ ਤਾਂ ਮੈਂ ਇਹਨੂੰ ਬੋਡੋਇਨ ਤਕਨੀਕ ਦੱਸੀ। ਮੈਂ ਉਹਨੂੰ ਕਿਹਾ ਕਿ ਉਹ ਆਪਣੀ ਲੋੜ ਨੂੰ ਕੁਝ ਸ਼ਬਦਾਂ 'ਚ ਭਰ ਲਏ ਤਾਂ ਕਿ ਉਹਦੀ ਯਾਦ ਤੇ ਸੌਖੇ ਢੰਗ ਨਾਲ ਅੰਕਿਤ ਹੋ ਜਾਏ। ਉਹਨੇ ਜੋ ਵਾਕੰਸ਼ ਚੁਣਿਆ ਉਹ ਸੀ, ਇਹ ਦੈਵੀ ਇੱਛਾ ਦੇ ਅਨੁਰੂਪ ਪੂਰਨ ਹੋਇਆ। ਇਹਨਾਂ ਸ਼ਬਦਾਂ ਨਾਲ ਉਹਦਾ ਮਤਲਬ ਸੀ ਕਿ ਅਸੀਮ ਬੁੱਧੀ ਜਿਹੜੀ ਉਹਦੇ ਅਵਚੇਤਨ ਮਨ ਦੇ ਨਿਯਮਾਂ ਰਾਹੀਂ ਕੰਮ ਕਰ ਰਹੀ ਸੀ, ਇੱਕ ਸੁਰਤਾ ਦੇ ਸਿਧਾਂਤ ਰਾਹੀਂ ਇੱਕ ਸੁਰਤਾਪੂਰਨ ਨਤੀਜੇ ਕੱਢੇਗੀ। 10 ਰਾਤਾਂ ਤਾਈਂ ਹਰ ਰਾਤ ਉਹ ਇੱਕ ਕੁਰਸੀ ਤੇ ਬੈਠ ਜਾਂਦੀ, ਆਪਣੇ ਸਰੀਰ ਨੂੰ ਸੁਨਿਯੋਜਿਤ ਢੰਗ ਨਾਲ ਸਿਥਲ ਕਰਕੇ ਉਨੀਂਦਰੀ ਅਵਸਥਾ 'ਚ ਪਹੁੰਚਦੀ। ਫਿਰ ਉਹਨੇ ਹੌਲੀ-ਹੌਲੀ ਸ਼ਾਂਤੀ ਤੇ ਭਾਵਨਾ ਨਾਲ ਇਹ ਵਾਕ ਬਾਰ-ਬਾਰ ਦ੍ਰਿੜਤਾ ਨਾਲ ਕਿਹਾ, ਇਹ ਦੈਵੀ ਇੱਛਾ ਦੇ ਅਨੁਰੂਪ ਪੂਰਨ ਹੋਇਆ। ਉਹਨੂੰ ਆਂਤਰਿਕ ਸ਼ਾਂਤੀ ਦਾ ਅਹਿਸਾਸ ਹੋਇਆ। ਫਿਰ ਉਹ ਡੂੰਘੀ ਆਮ ਨੀਂਦਰ 'ਚ ਸੌਂ ਗਈ। 11ਵੇਂ ਦਿਨ ਸਵੇਰੇ ਜਾਗਣ ਤੇ ਉਹਨੂੰ ਸੁਖਦ ਅਹਿਸਾਸ ਹੋਇਆ। ਉਹਨੂੰ ਵਿਸ਼ਵਾਸ ਸੀ ਕਿ ਸੱਚਮੁੱਚ ਪੂਰਨ ਹੋ ਗਿਆ ਸੀ। ਉਸੇ ਦਿਨ ਉਹਦੇ ਵਕੀਲ ਨੇ ਉਹਨੂੰ ਫੋਨ ਕੀਤਾ। ਦੂਜੇ ਪਾਸੇ ਦਾ ਵਕੀਲ ਤੇ ਉਹਦੇ ਮੁਵੱਕਿਲ ਸਮਝੌਤੇ ਲਈ ਤਿਆਰ ਹੋ ਗਏ ਸਨ। ਇੱਕ ਸੁਰਤਾਪੂਰਨ ਸਮਝੌਤਾ ਹੋ ਗਿਆ ਤੇ ਮੁਕੱਦਮਾ ਵਾਪਸ ਲੈ ਲਿਆ ਗਿਆ। ਨੀਂਦਰ ਦੀ ਤਕਨੀਕ। ਉਨੀਂਦਰੀ ਨਿਸ਼ਕਰਿਆ ਅਵਸਥਾ ਵਿੱਚ ਕੋਸ਼ਿਸ਼ ਘੱਟੋ ਘੱਟ ਹੋ ਜਾਂਦੀ ਹੈ। ਉਨੀਂਦਰੀ ਅਵਸਥਾ 'ਚ ਚੇਤਨ ਮਨ ਕਾਫੀ ਹੱਦ ਤਾਈਂ ਨਿਸ਼ਕਰਿਆ ਹੋ ਜਾਂਦਾ ਹੈ। ਇਹਦਾ ਕਾਰਨ ਇਹ ਹੈ, ਅਵਚੇਤਨ ਸੌਣ ਤੋਂ ਠੀਕ ਪਹਿਲਾਂ ਤੇ ਜਾਗਣ ਤੋਂ ਠੀਕ ਬਾਅਦ ਹੀ ਸਭ ਤੋਂ ਵੱਧ ਸ਼ਕਤੀਸ਼ਾਲੀ ਹੁੰਦਾ ਹੈ। ਇਸ ਅਵਸਥਾ ਵਿੱਚ ਤੁਹਾਡੀ ਇੱਛਾ ਨੂੰ ਅਵਚੇਤਨ ਮਨ ਤੱਕ ਪਹੁੰਚਣ ਤੋਂ ਰੋਕਣ ਵਾਲੇ ਨਕਾਰਾਤਮਕ ਵਿਚਾਰ ਮੌਜੂਦ ਨਹੀਂ ਹੁੰਦੇ। ਮੰਨ ਲਓ ਤੁਸੀਂ ਕਿਸੇ ਵਿਨਾਸ਼ਕ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਇਸ ਲਈ ਆਰਾਮਦਾਇਕ ਮੁਦਰਾ ਅਪਣਾ ਲਓ। ਆਪਣੇ ਸਰੀਰ ਨੂੰ ਸ਼ਿਥਲ ਕਰ ਲਓ। ਸਥਿਰ ਹੋ ਜਾਓ। ਉਨੀਂਦਰੀ ਅਵਸਥਾ 'ਚ ਜਾਓ। ਬਾਰ-ਬਾਰ ਕਿਸੇ ਲੋਰੀ ਵਾਂਗ ਦੁਹਰਾਉਂਦੇ ਰਹੋ, ਮੈਂ ਇਸ ਆਦਤ ਤੋਂ ਪੂਰੀ ਤਰ੍ਹਾਂ ਆਜ਼ਾਦ ਹਾਂ। ਮੈਂ ਇੱਕ ਸੁਰਤਾ ਤੇ ਪੂਰਨ ਮਾਨਸਿਕ ਸ਼ਾਂਤੀ ਨੂੰ ਮਹਿਸੂਸ ਕਰ ਰਿਹਾ। ਇਹਨਾਂ ਸ਼ਬਦਾਂ ਨੂੰ ਰਾਤੀ ਤੇ ਸਵੇਰੇ 5-10 ਮਿੰਟਾਂ ਤੱਕ ਹੌਲੀ-ਹੌਲੀ ਸ਼ਾਂਤੀ ਤੇ ਪ੍ਰੇਮ ਨਾਲ ਦੁਹਰਾਓ। ਬਾਰ-ਬਾਰ ਦੁਹਰਾਉਣ ਨਾਲ ਸ਼ਬਦਾਂ ਦਾ ਭਾਵਨਾਤਮਕ ਮਹੱਤਵ ਵੱਧ ਜਾਂਦਾ ਹੈ। ਜਦੋਂ ਨਕਾਰਾਤਮਕ ਆਦਤ ਜ਼ੋਰ ਮਾਰੇ ਤਾਂ ਇਸ ਫਾਰਮੂਲੇ ਨੂੰ ਦੁਹਰਾ ਲਓ। ਇਸ ਤਕਨੀਕ ਨਾਲ ਤੁਸੀਂ ਅਵਚੇਤਨ ਨੂੰ ਵਿਚਾਰ ਸਵੀਕਾਰ ਕਰਨ ਲਈ ਪ੍ਰੇਰਿਤ ਕਰਦੇ ਹੋ ਤੇ ਉਪਚਾਰ ਹੋ ਜਾਂਦਾ ਹੈ। ਧੰਨਵਾਦ ਤਕਨੀਕ। ਇੱਕ ਸੁਝਾਅ ਹੈ ਕਿ ਅਸੀਂ ਆਪਣੇ ਨਿਵੇਦਨਾਂ ਨਾਲ ਸ਼ਲਾਘਾ ਕਰੀਏ, ਧੰਨਵਾਦ ਦਈਏ। ਪ੍ਰਾਰਥਨਾ ਦੇ ਸੌਖੇ ਜਿਹੇ ਤਰੀਕੇ ਨਾਲ ਸ਼ਾਨਦਾਰ ਨਤੀਜੇ ਮਿਲਦੇ ਹਨ।
ਕਿਰਤੱਗ ਹਿਰਦਾ ਬ੍ਰਹਿਮੰਡ ਦੀ ਰਚਨਾਤਮਕ ਸ਼ਕਤੀਆਂ ਦੇ ਹਮੇਸ਼ਾ ਨੇੜੇ ਹੁੰਦਾ ਹੈ, ਜਿਸ ਨਾਲ ਸਾਂਝੇ ਸੰਬੰਧ ਦੇ ਨਿਯਮ, ਕਿਰਿਆ ਤੇ ਪ੍ਰਤੀਕਿਰਿਆ ਦੇ ਬ੍ਰਹਿਮੰਡੀ ਨਿਯਮ ਦੇ ਆਧਾਰ ਤੇ ਇਹਦੇ ਵੱਲ ਅਸੰਖ ਰਹਿਮਤਾਂ ਪ੍ਰਵਾਹਿਤ ਹੁੰਦੀਆਂ ਹਨ। ਹੁਣੇ ਇੱਕ ਮੁਟਿਆਰ ਮਾਂ ਨੇ ਮੈਨੂੰ ਇਸ ਤਕਨੀਕ ਬਾਰੇ ਆਪਣਾ ਅਨੁਭਵ ਦੱਸਿਆ। ਉਹਨੇ ਕਿਹਾ, ਮੇਰੀ ਨੌਕਰੀ ਛੁੱਟ ਗਈ ਸੀ, ਮੈਂ ਦਿਵਾਲੀਆ ਸੀ, ਮੇਰੇ 3 ਬੱਚੇ ਸੀ ਜਿਨ੍ਹਾਂ ਦਾ ਮੈਂ ਢਿੱਡ ਭਰਨਾ ਸੀ। ਮੈਂ ਨਹੀਂ ਜਾਣਦੀ ਸੀ ਮਦਦ ਲਈ ਕਿੱਥੇ ਜਾਵਾਂ। ਫਿਰ ਮੈਂ ਤੁਹਾਡੀ ਇਹ ਗੱਲ ਸੁਣੀ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲਣ ਤੋਂ ਪਹਿਲਾਂ ਹੀ ਸਾਨੂੰ ਕਿਰਤੱਗ ਹੋ ਕੇ ਧੰਨਵਾਦ ਦੇਣਾ ਚਾਹੀਦਾ ਹੈ। ਇੰਜ ਲੱਗਿਆ ਜਿਵੇਂ ਮੇਰੇ ਦਿਮਾਗ ਦੀ ਬੱਤੀ ਬਲ ਗਈ ਹੋਵੇ। ਮੈਂ ਸਮਝ ਗਈ ਕਿ ਮੈਨੂੰ ਇਸ ਨੂੰ ਅਜ਼ਮਾਉਣਾ ਹੀ ਪਏਗਾ। ਹਰ ਰਾਤ ਦੀ ਸਵੇਰ 3 ਹਫ਼ਤਿਆਂ ਤੱਕ ਉਹ ਔਰਤ ਇਹ ਸ਼ਬਦ ਦੁਹਰਾਉਂਦੀ ਰਹੀ, ਪਰਮ ਪਿਤਾ, ਮੇਰੀ ਦੌਲਤ ਲਈ ਧੰਨਵਾਦ। ਉਹਨੇ ਇਹ ਕੰਮ ਸਥਿਰ ਸ਼ਾਂਤ ਅਵਸਥਾ ਵਿੱਚ ਕੀਤਾ, ਤਦ ਤੱਕ ਕਰਦੀ ਰਹੀ ਜਦ ਤੱਕ ਕਿ ਕਿਰਤੱਗਤਾ ਦੀ ਭਾਵਨਾ ਉਹਦੇ ਦਿਮਾਗ ਉੱਤੇ ਹਾਵੀ ਨਹੀਂ ਹੋ ਗਈ। ਉਹਨੇ ਕਲਪਨਾ ਕੀਤੀ ਕਿ ਉਹ ਆਪਣੇ ਅੰਦਰਲੀ ਅਸੀਮ ਸ਼ਕਤੀ ਤੇ ਬੁੱਧੀਮਤਾ ਨੂੰ ਸੱਦਾ ਦੇ ਰਹੀ ਹੈ। ਹਾਲਾਂਕਿ ਜ਼ਾਹਰ ਹੈ ਉਹ ਰਚਨਾਤਮਕ ਬੁੱਧੀਮਤਾ ਜਾਂ ਅਸੀਮ ਮਸਤਿਸ਼ਕ ਨੂੰ ਦੇਖ ਨਹੀਂ ਸਕਦੀ ਸੀ। ਉਹ ਅਧਿਆਤਮਕ ਅਨੁਭੂਤੀ ਦੀ ਅੰਦਰਲੀ ਅੱਖ ਨਾਲ ਵੇਖ ਰਹੀ ਸੀ। ਉਹਨੂੰ ਅਹਿਸਾਸ ਸੀ ਕਿ ਦੌਲਤ ਦੀ ਉਸ ਦੀ ਵਿਚਾਰ ਛਵੀ ਪਹਿਲਾ ਕਾਰਨ ਫਸਟ ਕਾਜ਼ ਸੀ, ਜਿਸ ਨਾਲ ਉਹਨੂੰ ਧਨ, ਮਾਣ ਤੇ ਭੋਜਨ ਮਿਲੇਗਾ। ਉਹਦੀ ਵਿਚਾਰ ਭਾਵਨਾ ਦੌਲਤ ਨਾਲ ਸਰਾਬੋਰ ਸੀ, ਜਿਸ ਤੇ ਕਿਸੇ ਤਰ੍ਹਾਂ ਦੀ ਪ੍ਰਸਥਿਤੀ ਦਾ ਪ੍ਰਭਾਵ ਨਹੀਂ ਪੈਂਦਾ ਸੀ। ਬਾਰ-ਬਾਰ ਧੰਨਵਾਦ ਪਰਮ ਪਿਤਾ ਦੁਹਰਾ ਕੇ ਮਹਿਲਾ ਦਾ ਦਿਲੋਂ ਦਿਮਾਗ ਸਵੀਕ੍ਰਿਤੀ ਦੇ ਬਿੰਦੂ ਤੱਕ ਪੁੱਜ ਗਿਆ। ਜਦ ਉਹਨੇ ਮਨ 'ਚ ਥੁੜ, ਗਰੀਬੀ ਤੇ ਰੋਗ ਦੇ ਵਿਚਾਰ ਆਉਂਦੇ ਸਨ, ਉਹ ਲੋੜ ਅਨੁਸਾਰ ਬਾਰ-ਬਾਰ ਕਹਿੰਦੀ ਸੀ, ਧੰਨਵਾਦ ਪਰਮ ਪਿਤਾ। ਉਹ ਜਾਣਦੀ ਸੀ ਜੇ ਉਹ ਕਿਰਤੱਗ ਨਜ਼ਰੀਆ ਰੱਖੇਗੀ ਤਾਂ ਉਹਦਾ ਦਿਮਾਗ ਦੌਲਤ ਦੇ ਵਿਚਾਰ ਨੂੰ ਸਵੀਕਾਰ ਕਰ ਲਏਗਾ। ਇਹੀ ਹੋਇਆ। ਉਸ ਮਹਿਲਾ ਨੂੰ ਪ੍ਰਾਰਥਨਾ ਦਾ ਇੱਕ ਰੌਚਕ ਨਤੀਜਾ ਮਿਲਿਆ। ਪ੍ਰਾਰਥਨਾ ਸ਼ੁਰੂ ਕਰਨ ਦੇ ਕੁਝ ਸਮੇਂ ਬਾਅਦ ਉਹਨੂੰ ਰਾਹ 'ਚ ਇੱਕ ਸਾਬਕਾ ਨਿਯੁਕਤਾ ਮਿਲਿਆ, ਜਿਸ ਨਾਲ ਉਹ 5 ਸਾਲਾਂ ਤੋਂ ਨਹੀਂ ਮਿਲੀ ਸੀ। ਉਸ ਸਾਬਕਾ ਨਿਯੁਕਤਾ ਨੇ ਉਹਦੇ ਸਾਹਮਣੇ ਚੰਗੀ ਤਨਖਾਹ ਵਾਲੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਉਹਨੇ ਉਹਨੂੰ ਕਰਜ਼ ਵੀ ਦਿੱਤਾ ਤਾਂ ਜੋ ਪਹਿਲੀ ਤਨਖਾਹ ਮਿਲਣ ਤੱਕ ਕੰਮ ਚਲਾ ਸਕੇ। ਉਸ ਔਰਤ ਨੇ ਮੈਨੂੰ ਕਿਹਾ, ਮੈਂ ਧੰਨਵਾਦ ਪਰਮ ਪਿਤਾ ਦੀ ਅਦਭੁਤ ਸ਼ਕਤੀ ਨੂੰ ਕਦੇ ਭੁੱਲ ਨਹੀਂ ਪਾਵਾਂਗੀ। ਇਹਨੇ ਮੇਰੇ ਲਈ ਚਮਤਕਾਰ ਕੀਤਾ। ਸਵੀਕਾਰਾਤਮਕ ਵਿਧੀ। ਸਵੀਕਾਰਾਤਮਕ ਪੁਸ਼ਟੀ ਦਾ ਪ੍ਰਭਾਵ ਕਾਫੀ ਹੱਦ ਤੱਕ ਇਹਦੇ ਸ਼ਬਦਾਂ 'ਚ ਨਿਸ਼ਚਿਤ ਸੱਚ ਤੇ ਅਰਥ ਦੀ ਆਪਣੀ ਸਮਝ ਨਾਲ ਤੈਅ ਹੁੰਦਾ ਹੈ। ਪ੍ਰਾਰਥਨਾ ਵਿੱਚ ਬੇਅਰਥੀ ਦੁਹਰਾਓ ਨਾ ਕਰੋ। ਸਕਾਰਾਤਮਕ ਤਸਦੀਕ ਦੀ ਸ਼ਕਤੀ ਨਿਸ਼ਚਿਤ ਤੇ ਸਪਸ਼ਟ ਸਕਾਰਾਤਮਕ ਗੱਲਾਂ ਦੇ ਬੁੱਧੀਮਤਾਪੂਰਨ ਅਮਲ 'ਚ ਹੈ। ਮੰਨ ਲਓ ਸਕੂਲ ਦਾ ਕੋਈ ਬੱਚਾ 3 ਤੇ 3 ਨੂੰ ਜੋੜ ਕੇ ਬਲੈਕਬੋਰਡ ਤੇ 7 ਲਿਖ ਦਿੰਦਾ ਹੈ। ਟੀਚਰ ਗਣਿਤ ਦੀ ਨਿਸ਼ਚਿਤਤਾ ਨਾਲ ਪੁਸ਼ਟੀ ਕਰਦਾ ਹੈ ਕਿ 3 ਤੇ 3 6 ਹੁੰਦੇ ਆ। ਇਸ ਤੋਂ ਬਾਅਦ ਬੱਚਾ ਅੰਕਾਂ ਨੂੰ ਬਦਲ ਦਿੰਦਾ ਹੈ। ਟੀਚਰ ਦੀ ਤਸਦੀਕ ਨਾਲ 3 ਤੇ 3 6 ਨਹੀਂ ਹੋਏ। ਇਹ ਤਾਂ ਪਹਿਲਾਂ ਤੋਂ ਹੀ ਗਣਿਤ ਦੀ ਸੱਚਾਈ ਸੀ। ਇਸ ਸੱਚਾਈ ਦੇ ਕਾਰਨ ਬੱਚੇ ਨੇ ਬਲੈਕਬੋਰਡ ਦੇ ਅੰਕ ਬਦਲ ਦਿੱਤੇ। ਬਿਮਾਰ ਹੋਣਾ ਆਮ ਨਹੀਂ ਹੈ, ਸਿਹਤਮੰਦ ਹੋਣਾ ਆਮ ਹੈ। ਸਿਹਤ ਤੁਹਾਡੇ ਅਸਤਿਤਵ ਦੀ ਸੱਚਾਈ ਹੈ। ਜਦ ਤੁਸੀਂ ਸਿਹਤਮੰਦ ਇਕਸੁਰਤਾ ਉੱਤੇ ਆਪਣੇ ਲਈ ਜਾਂ ਕਿਸੇ ਦੂਜੇ ਲਈ ਸ਼ਾਂਤੀ ਦੀ ਸਕਾਰਾਤਮਕ ਤਸਦੀਕ ਕਰਦੇ ਹੋ, ਤਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਅਸਤਿਤਵ ਦੇ ਸਦੀਵੀ ਸਿਧਾਂਤ ਹਨ, ਤਾਂ ਤੁਸੀਂ ਅਵਚੇਤਨ ਮਨ ਦੇ ਨਕਾਰਾਤਮਕ ਢਾਂਚੇ ਨੂੰ ਆਪਣੀ ਆਸਥਾ ਤੇ ਘੋਸ਼ਣਾ ਦੇ ਅਨੁਰੂਪ ਦੁਬਾਰਾ ਵਿਵਸਥਿਤ ਕਰ ਲੈਂਦੇ ਹੋ। ਪ੍ਰਾਰਥਨਾ ਦੀ ਸਕਾਰਾਤਮਕ ਪੁਸ਼ਟੀ ਦਾ ਨਤੀਜਾ ਜੀਵਨ ਦੇ ਸਿਧਾਂਤਾਂ ਉੱਤੇ ਬਲ ਦੇਣ ਤੇ ਨਿਰਭਰ ਕਰਦਾ ਹੈ। ਭਾਵੇਂ ਸਥਿਤੀ ਨੂੰ ਕਿਵੇਂ ਵੀ ਦੇਖੋ, ਇੱਕ ਪਲ ਲਈ ਵਿਚਾਰ ਕਰੋ। ਗਣਿਤ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਗਲਤੀ ਦਾ ਕੋਈ ਸਿਧਾਂਤ ਨਹੀਂ ਹੁੰਦਾ। ਸੱਚਾਈ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਬੇਈਮਾਨੀ ਦਾ ਨਹੀਂ ਹੁੰਦਾ। ਬੁੱਧੀ ਦਾ ਸਿਧਾਂਤ ਹੁੰਦਾ ਹੈ, ਲੇਕਿਨ ਅਗਿਆਨ ਦਾ ਨਹੀਂ ਹੁੰਦਾ। ਇਕਸੁਰਤਾ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਮਤਭੇਦ ਦਾ ਨਹੀਂ ਹੁੰਦਾ। ਸਿਹਤ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਬਿਮਾਰੀ ਦਾ ਨਹੀਂ ਹੁੰਦਾ। ਸਮਰਿੱਧੀ ਦਾ ਇੱਕ ਸਿਧਾਂਤ ਹੁੰਦਾ ਹੈ, ਲੇਕਿਨ ਗਰੀਬੀ ਦਾ ਨਹੀਂ ਹੁੰਦਾ। ਜਦੋਂ ਇੰਗਲੈਂਡ ਦੇ ਇੱਕ ਹਸਪਤਾਲ 'ਚ ਗਾਲਸਟੋਨਸ ਹਟਾਉਣ ਦਾ ਮੇਰੀ ਭੈਣ ਦਾ ਆਪਰੇਸ਼ਨ ਹੋਣ ਵਾਲਾ ਸੀ, ਤਾਂ ਮੈਂ ਸਕਾਰਾਤਮਕ ਤਸਦੀਕ ਦੇ ਤਰੀਕੇ ਦਾ ਪ੍ਰਯੋਗ ਕੀਤਾ। ਹਸਪਤਾਲ ਦੀਆਂ ਜਾਂਚਾਂ ਤੇ ਐਕਸਰੇ ਵਿੱਚ ਉਹਦੇ ਰੋਗ ਦੀ ਪੁਸ਼ਟੀ ਹੋ ਚੁੱਕੀ ਸੀ। ਉਹਨੇ ਮੈਨੂੰ ਆਪਣੀ ਸਿਹਤ ਲਈ ਪ੍ਰਾਰਥਨਾ ਕਰਨ ਨੂੰ ਕਿਹਾ। ਮੈਂ 6000 ਮੀਲ ਤੋਂ ਜ਼ਿਆਦਾ ਦੂਰ ਸੀ, ਲੇਕਿਨ ਇਸ ਨਾਲ ਮੈਂ ਵਿਚਲਿਤ ਨਹੀਂ ਹੋਇਆ।
ਮਸਤਿਸ਼ਕ ਸਿਧਾਂਤ ਵਿੱਚ ਸਮਾਂ ਤੇ ਦੂਰੀ ਦਾ ਕੋਈ ਮਹੱਤਵ ਨਹੀਂ ਹੁੰਦਾ। ਅਸੀਮ ਮਨ ਜਾਂ ਬੁੱਧੀਮਤਾ ਇੱਕੋ ਹੀ ਸਮੇਂ 'ਚ ਹਰ ਬਿੰਦੂ ਉੱਤੇ ਪੂਰੀ ਤਰ੍ਹਾਂ ਮੌਜੂਦ ਰਹਿੰਦੀ ਹੈ। ਦਿਨ 'ਚ ਕਈ ਵਾਰ ਮੈਂ ਆਪਣੀ ਭੈਣ ਦੇ ਰੋਗ ਦੇ ਲੱਛਣਾਂ ਤੇ ਉਹਦੀ ਸਰੀਰਕ ਵਿਅਕਤਿਤਵ ਸੰਬੰਧੀ ਵਿਚਾਰਾਂ ਨੂੰ ਦੂਰ ਕੀਤਾ। ਸ਼ਾਂਤੀ ਤੇ ਵਿਸ਼ਵਾਸ ਤੋਂ ਮੈਂ ਇਸ ਗੱਲ ਦੀ ਸਕਾਰਾਤਮਕ ਤਸਦੀਕ ਕੀਤੀ। ਇਹ ਪ੍ਰਾਰਥਨਾ ਮੈਂ ਆਪਣੀ ਭੈਣ ਕੈਥਰੀਨ ਦੇ ਲਈ ਕਰ ਰਿਹਾ। ਉਹ ਆਰਾਮ ਤੇ ਚੈਨ ਨਾਲ ਹੈ, ਸੰਤੁਲਿਤ ਤੇ ਪੂਰੀ ਤਰ੍ਹਾਂ ਸ਼ਾਂਤ ਹੈ। ਅਵਚੇਤਨ ਮਨ ਦੀ ਜਿਸ ਉਪਚਾਰਕ ਬੁੱਧੀ ਨੇ ਉਹਦੇ ਸਰੀਰ ਨੂੰ ਬਣਾਇਆ ਹੈ, ਉਹ ਹੁਣ ਉਹਦੇ ਅਸਤਿਤਵ ਦੀ ਹਰ ਕੋਸ਼ਿਕਾ, ਸਨਾਊ, ਊਤਕ, ਮਾਸਪੇਸ਼ੀ ਤੇ ਅਸਥੀ ਨੂੰ ਬਦਲ ਰਹੀ ਹੈ। ਇਹ ਬਦਲਾਅ ਉਹਦੇ ਅਵਚੇਤਨ ਮਨ 'ਚ ਸਮਾਹਿਤ ਸਾਰੇ ਅੰਗਾਂ ਦੇ ਆਦਰਸ਼ ਬਲੂਪ੍ਰਿੰਟ ਦੇ ਅਨੁਰੂਪ ਹੋ ਰਿਹਾ ਹੈ। ਸ਼ਾਂਤੀ ਤੇ ਖਾਮੋਸ਼ੀ ਨਾਲ ਉਹਦੇ ਅਵਚੇਤਨ ਮਨ ਦੇ ਸਾਰੇ ਵਿਕ੍ਰਿਤ ਵਿਚਾਰ ਤੰਤਰ ਹਟ ਤੇ ਖੁੱਲ ਰਹੇ ਹਨ। ਉਹਦੇ ਅਸਤਿਤਵ ਦੇ ਹਰ ਅਣੂ 'ਚ ਜੀਵਨ ਸਿਧਾਂਤ ਦੀ ਸਜੀਵਤਾ, ਪੂਰਨਤਾ ਤੇ ਸੁੰਦਰਤਾ ਪ੍ਰਗਟ ਹੋ ਰਹੀ ਹੈ। ਉਹ ਹੁਣ ਉਹਨਾਂ ਉਪਚਾਰਕ ਤਰੰਗਾਂ ਨੂੰ ਗ੍ਰਹਿਣ ਕਰ ਰਹੀ ਹੈ, ਜਿਹੜੀ ਉਸ ਵਿੱਚ ਦਰਿਆ ਵਾਂਗ ਪ੍ਰਵਾਹਿਤ ਹੋ ਰਹੀ ਹੈ। ਉਹਨੂੰ ਪੂਰਨ ਸਿਹਤਮੰਦ ਇਕਸੁਰਤਾ ਤੇ ਸ਼ਾਂਤੀ ਦੇ ਰਹੇ ਹਨ। ਸਾਰੀ ਵਿਕ੍ਰਿਤੀਆਂ ਤੇ ਕਰੂਪ ਛਵੀਆਂ ਹੁਣ ਉਸ ਵਿੱਚ ਪ੍ਰਵਾਹਿਤ ਹੋ ਰਹੇ ਪ੍ਰੇਮ ਤੇ ਸ਼ਾਂਤੀ ਦੇ ਅਸੀਮ ਸਮੁੰਦਰ ਨਾਲ ਧੋਤੀਆਂ ਜਾ ਰਹੀਆਂ ਹਨ। ਇਹੀ ਹੋ ਰਿਹਾ ਹੈ। 2 ਹਫ਼ਤਿਆਂ ਬਾਅਦ ਮੇਰੀ ਭੈਣ ਦੀ ਇੱਕ ਵਾਰੀ ਫਿਰ ਜਾਂਚ ਹੋਈ। ਹੈਰਾਨੀਕੁੰਨ ਗੱਲ ਇਹ ਸੀ, ਇਸ ਵਾਰੀ ਉਹਦੇ ਐਕਸਰੇ 'ਚ ਕੋਈ ਗੜਬੜ ਨਹੀਂ ਨਿਕਲੀ। ਉਹਦੇ ਡਾਕਟਰ ਨੇ ਕਿਹਾ ਕਿ ਉਹਦੀ ਹਾਲਤ ਵਿੱਚ ਵਿਲੱਖਣ ਸੁਧਾਰ ਹੋਇਆ ਸੀ ਤੇ ਹੁਣ ਆਪਰੇਸ਼ਨ ਦੀ ਕੋਈ ਲੋੜ ਨਹੀਂ ਸੀ। ਸਕਾਰਾਤਮਕ ਤਸਦੀਕ ਦਾ ਮਤਲਬ ਇਹ ਕਹਿਣਾ ਹੈ ਕਿ ਇੰਜ ਹੀ ਹੋਵੇ। ਜਦੋਂ ਤੁਸੀਂ ਸਾਰੇ ਵਿਪਰੀਤ ਸਬੂਤਾਂ ਦੇ ਬਾਵਜੂਦ ਇਸ ਮਾਨਸਿਕ ਨਜ਼ਰੀਏ ਨੂੰ ਸੱਚ ਮੰਨਦੇ ਹੋ ਤਾਂ ਤੁਹਾਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਜ਼ਰੂਰ ਮਿਲੇਗਾ। ਧਿਆਨ ਦਿਓ, ਤੁਹਾਡਾ ਵਿਚਾਰ ਨਕਾਰਾਤਮਕ ਨਹੀਂ, ਸਿਰਫ ਸਕਾਰਾਤਮਕ ਪੁਸ਼ਟੀ ਕਰਦਾ ਹੈ, ਕਿਉਂਕਿ ਜੇ ਤੁਸੀਂ ਕਿਸੇ ਚੀਜ਼ ਤੋਂ ਇਨਕਾਰ ਕਰਦੇ ਤਦ ਵੀ ਤੁਸੀਂ ਦਰਅਸਲ ਉਸ ਚੀਜ਼ ਦੀ ਉਪਸਥਿਤੀ ਨੂੰ ਸਵੀਕਾਰ ਤਾਂ ਕਰ ਹੀ ਰਹੇ ਹੋ। ਸਕਾਰਾਤਮਕ ਤਸਦੀਕ ਨੂੰ ਦੁਹਰਾਉਣਾ, ਇਹ ਜਾਣਨਾ ਕਿ ਤੁਸੀਂ ਕੀ ਕਹਿ ਰਹੇ ਹੋ, ਕਿਉਂ ਕਹਿ ਰਹੇ ਹੋ, ਮਸਤਿਸ਼ਕ ਨੂੰ ਚੇਤਨਾ ਦੀ ਉਸ ਅਵਸਥਾ ਵੱਲ ਲੈ ਜਾਂਦਾ ਹੈ ਜਿੱਥੇ ਤੁਹਾਡੀਆਂ ਕਈਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਆ। ਜੀਵਨ ਦੀਆਂ ਸੱਚਾਈਆਂ ਦੀ ਤਦ ਤੱਕ ਸਕਾਰਾਤਮਕ ਤਸਦੀਕ ਕਰਦੇ ਰਹੋ ਜਦ ਤੱਕ ਕਿ ਤੁਹਾਨੂੰ ਤਸੱਲੀ ਬਖਸ਼ ਅਵਚੇਤਨ ਪ੍ਰਤੀਕਿਰਿਆ ਨਾ ਮਿਲ ਜਾਏ। ਤਰਕਪੂਰਨ ਵਿਧੀ। ਇਹ ਤਕਨੀਕ ਇਹਦੇ ਨਾਂ ਦੇ ਅਨੁਰੂਪ ਹੀ ਹੈ। ਇਹ ਡਾਕਟਰ ਫਿਨੀਜ਼ ਪਾਰਕਹਰਸਟ ਕਿਵੰਬੀ ਦੇ ਅਦਭੁਤ ਕਾਰਜ ਨਾਲ ਵਿਕਸਿਤ ਹੋਈ। ਡਾਕਟਰ ਕਿਵੰਬੀ ਮਾਨਸਿਕ ਤੇ ਅਧਿਆਤਮਕ ਉਪਚਾਰ ਦੇ ਖੇਤਰ 'ਚ ਮੋਹਰੀ ਸੀ। 1 ਸਦੀ ਤੋਂ ਵੀ ਪਹਿਲਾਂ ਬੇਲਫਾਸਟ ਮੈਨ ਵਿੱਚ ਇਲਾਜ ਕਰਦੇ ਸੀ। ਉਹ ਦਰਅਸਲ ਮਨੋਦੈਹਿਕ ਸਾਈਕੋਸੋਮੈਟਿਕ ਚਿਕਿਤਸਾ ਦੇ ਮੋਢੀ ਤੇ ਪਹਿਲੇ ਮਨੋਚਿਕਿਤਸਕ ਸਨ। ਉਹਨਾਂ ਵਿੱਚ ਮਰੀਜ਼ ਦੇ ਸੰਤਾਪ ਤੇ ਦਰਦ ਦੇ ਕਾਰਨ ਨੂੰ ਅੰਤੀਂਦਰੀ ਤਰੀਕੇ ਨਾਲ ਭਾਂਪਣ ਦੀ ਵਿਲੱਖਣ ਸਮਰੱਥਾ ਸੀ। ਸੰਖੇਪ 'ਚ ਕਿਹਾ ਜਾਏ, ਤਰਕਪੂਰਨ ਵਿਧੀ ਜਿਹਦਾ ਪ੍ਰਯੋਗ ਕਿਵੰਬੀ ਨੇ ਇੰਨੀ ਸਫਲਤਾ ਨਾਲ ਕੀਤਾ, ਅਧਿਆਤਮਕ ਤਰਕ ਉੱਤੇ ਆਧਾਰਿਤ ਹੈ। ਤੁਸੀਂ ਮਰੀਜ਼ ਤੇ ਆਪਣੇ ਆਪ ਨੂੰ ਇਹ ਵਿਸ਼ਵਾਸ ਦਿਵਾਉਂਦੇ ਹੋ ਕਿ ਰੋਗ ਤੁਹਾਡੇ ਅਵਚੇਤਨ ਮਨ ਦੇ ਝੂਠੇ ਵਿਸ਼ਵਾਸਾਂ, ਨਿਰਾਧਾਰ ਭੈ ਤੇ ਨਕਾਰਾਤਮਕ ਢਾਂਚਿਆਂ ਦੇ ਕਾਰਨ ਹੋਇਆ। ਤੁਸੀਂ ਆਪਣੇ ਮਸਤਿਸ਼ਕ ਵਿੱਚ ਸਪਸ਼ਟਤਾ ਨਾਲ ਇਸ ਉੱਤੇ ਤਰਕ ਕਰਦੇ ਹੋ। ਰੋਗੀ ਨੂੰ ਵਿਸ਼ਵਾਸ ਦਿਵਾ ਦਿੰਦੇ ਹੋ ਕਿ ਬਿਮਾਰੀ ਵਿਚਾਰ ਦੀ ਇੱਕ ਵਿਕ੍ਰਿਤ ਐਂਠਣ ਭਰੇ ਢਾਂਚੇ ਦੇ ਕਾਰਨ ਹੈ ਜਿਹੜਾ ਸਰੀਰ 'ਚ ਪ੍ਰਗਟ ਹੋ ਗਿਆ। ਕਿਸੇ ਬਾਹਰਲੀ ਸ਼ਕਤੀ ਜਾਂ ਕਾਰਨ ਵਿੱਚ ਗਲਤ ਵਿਸ਼ਵਾਸ ਹੁਣ ਰੋਗ ਦੇ ਰੂਪ 'ਚ ਬਾਹਰ ਆ ਗਿਆ, ਲੇਕਿਨ ਵਿਚਾਰਾਂ ਨੂੰ ਬਦਲ ਕੇ ਰੋਗ ਦਾ ਉਪਚਾਰ ਕੀਤਾ ਜਾ ਸਕਦਾ ਹੈ। ਤੁਸੀਂ ਰੋਗੀ ਦੇ ਸਾਹਮਣੇ ਸਪਸ਼ਟ ਕਰਦੇ ਹੋ ਕਿ ਵਿਸ਼ਵਾਸ ਨੂੰ ਬਦਲਣਾ ਹੀ ਹਰ ਉਪਚਾਰ ਦਾ ਆਧਾਰ ਹੈ। ਤੁਸੀਂ ਇਹ ਵੀ ਦੱਸਦੇ ਹੋ ਕਿ ਅਵਚੇਤਨ ਮਨ ਨੇ ਸਰੀਰ ਦੇ ਇਸ ਦੇ ਸਾਰੇ ਅੰਗਾਂ ਦੀ ਰਚਨਾ ਕੀਤੀ ਹੈ, ਇਸ ਲਈ ਇਹ ਜਾਣਨਾ ਕਿ ਇਹਦਾ ਕਿਵੇਂ ਉਪਚਾਰ ਹੁੰਦਾ ਹੈ, ਇਸ ਲਈ ਇਹਦਾ ਉਪਚਾਰ ਕਰ ਸਕਦਾ ਹੈ। ਇਹ ਤੁਹਾਡੇ ਬੋਲਣ ਸਮੇਂ ਵੀ ਇੰਝ ਹੀ ਕਰ ਰਿਹਾ ਹੈ। ਆਪਣੇ ਮਨ ਦੀ ਅਦਾਲਤ ਵਿੱਚ ਤੁਸੀਂ ਬਹਿਸ ਕਰਦੇ ਹੋ ਕਿ ਰੋਗ ਮਸਤਿਸ਼ਕ ਦੀ ਵਿਕ੍ਰਿਤ ਵਿਚਾਰ ਛਵੀ ਦਾ ਪਰਛਾਵਾਂ ਹੈ। ਤੁਸੀਂ ਅੰਦਰੂਨੀ ਉਪਚਾਰਕ ਸ਼ਕਤੀ ਦੇ ਸਮਰਥਨ ਵਿੱਚ ਜਿੰਨੇ ਵੀ ਤਰਕ ਤੇ ਪ੍ਰਮਾਣ ਜੁਟਾ ਸਕਦੇ ਹੋ ਉਨੇ ਜੁਟਾਉਂਦੇ ਹੋ। ਆਖਰ ਇਸੇ ਸ਼ਕਤੀ ਨਹੀਂ ਤਾਂ ਸਾਰੇ ਅੰਗਾਂ ਦੀ ਰਚਨਾ ਕੀਤੀ ਹੈ। ਇਸ ਵਿੱਚ ਹੀ ਹਰ ਕੋਸ਼ਿਕਾ, ਸਨਾਊ ਤੇ ਊਤਕ ਦਾ ਆਦਰਸ਼ ਤੰਤਰ ਹੈ। ਫਿਰ ਤੁਸੀਂ ਆਪਣੇ ਮਸਤਿਸ਼ਕ ਦੀ ਅਦਾਲਤ ਵਿੱਚ ਆਪਣੇ ਤੇ ਆਪਣੇ ਰੋਗੀ ਦੇ ਹੱਕ 'ਚ ਫੈਸਲਾ ਸੁਣਾਉਂਦੇ ਹੋ। ਤੁਸੀਂ ਆਸਥਾ ਤੇ ਅਧਿਆਤਮਕ ਸਮਝ ਰਾਹੀਂ ਰੋਗੀ ਨੂੰ ਮੁਕਤ ਕਰਦੇ ਹੋ। ਤੁਹਾਡਾ ਮਾਨਸਿਕ ਤੇ ਅਧਿਆਤਮਕ ਪ੍ਰਮਾਣ ਅਜਿੱਤ ਹੈ, ਕਿਉਂਕਿ ਸਿਰਫ ਇੱਕ ਹੀ ਮਸਤਿਸ਼ਕ ਹੈ।
ਇਸ ਲਈ ਤੁਸੀਂ ਜਿਹਨੂੰ ਸੱਚ ਮੰਨਦੇ ਹੋ ਰੋਗੀ ਦੇ ਅਨੁਭਵ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਉਪਚਾਰ ਹੋ ਜਾਂਦਾ ਹੈ। ਪਰਮ ਵਿਧੀ ਅਜੋਕੇ ਅਲਟਰਾਸਾਊਂਡ ਉਪਚਾਰ ਵਾਂਗ ਹੀ ਹੈ। ਸਾਰੀ ਦੁਨੀਆ 'ਚ ਕਈ ਲੋਕ ਇਸ ਵਿਧੀ ਨਾਲ ਪ੍ਰਾਰਥਨਾ ਉਪਚਾਰ ਕਰਦੇ ਹਨ ਤੇ ਉਹਨਾਂ ਨੂੰ ਅਦਭੁਤ ਨਤੀਜੇ ਮਿਲਦੇ ਹਨ। ਐਬਸੋਲੂਟ ਮੈਥਡ ਦਾ ਪ੍ਰਯੋਗ ਕਰਨ ਵਾਲਾ ਵਿਅਕਤੀ ਰੋਗੀ ਦਾ ਨਾਮ ਲੈਂਦਾ ਹੈ, ਫਿਰ ਉਹ ਈਸ਼ਵਰ ਤੇ ਉਹਦੇ ਗੁਣਾਂ ਦੇ ਬਾਰੇ 'ਚ ਖਾਮੋਸ਼ੀ ਨਾਲ ਸੋਚਦਾ ਹੈ, ਜਿਵੇਂ ਈਸ਼ਵਰ ਪਰਮ ਆਨੰਦ ਹੈ, ਅਨੰਤ ਪ੍ਰੇਮ ਹੈ, ਅਸੀਮ ਬੁੱਧੀਮਤਾ ਹੈ, ਸਰਵ ਸ਼ਕਤੀਮਾਨ ਹੈ, ਅਨੰਤ ਗਿਆਨ ਹੈ, ਪੂਰਨ ਸਦਭਾਵ ਹੈ, ਨਾ ਵਰਣਨਯੋਗ ਸੁੰਦਰਤਾ ਤੇ ਪੂਰਨਤਾ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੋਚਦਾ ਤਾਂ ਉਹਦੀ ਚੇਤਨਾ ਉੱਤੇ ਉੱਠ ਕੇ ਇੱਕ ਨਵੇਂ ਧਰਾਤਲ ਤੇ ਪੁੱਜ ਜਾਂਦੀ ਹੈ। ਉਹ ਮਹਿਸੂਸ ਕਰਦਾ ਹੈ ਕਿ ਈਸ਼ਵਰੀ ਪ੍ਰੇਮ ਦਾ ਮਹਾਸਾਗਰ ਰੋਗੀ ਦੇ ਮਨ ਦੇ ਸਰੀਰ 'ਚ ਮੌਜੂਦ ਹਰ ਗੜਬੜ ਚੀਜ਼ ਨੂੰ ਡੋਬ ਰਿਹਾ ਹੈ, ਜਿਹਨੂੰ ਦੂਰ ਕਰਨ ਲਈ ਉਹ ਪ੍ਰਾਰਥਨਾ ਕਰ ਰਿਹਾ ਹੈ। ਉਹ ਮਹਿਸੂਸ ਕਰਦਾ ਹੈ ਕਿ ਈਸ਼ਵਰ ਦੀ ਸਾਰੀ ਸ਼ਕਤੀ ਤੇ ਪ੍ਰੇਮ ਹੁਣ ਰੋਗੀ ਉੱਤੇ ਕੇਂਦਰਿਤ ਹੋ ਰਿਹਾ ਹੈ। ਜੋ ਵੀ ਸੰਤਾਪਕਾਰੀ ਜਾਂ ਪਰੇਸ਼ਾਨੀ ਭਰਿਆ ਉਹ ਜੀਵਨ ਤੇ ਪ੍ਰੇਮ ਦੇ ਅਸੀਮ ਮਹਾਸਾਗਰ ਦੀ ਮੌਜੂਦਗੀ 'ਚ ਹੁਣ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਹੈ। ਪ੍ਰਾਰਥਨਾ ਦੀ ਪਰਮ ਵਿਧੀ ਦੀ ਤੁਲਨਾ ਅਲਟਰਾਸਾਊਂਡ ਚਿਕਿਤਸਾ ਵਿੱਚ ਹੋਏ ਨਵੇਂ ਸੋਧਾਂ ਰਾਹੀਂ ਕੀਤੀ ਜਾ ਸਕਦੀ ਹੈ। ਲਾਸ ਏਂਜਲਸ ਸੀ ਇੱਕ ਪ੍ਰਸਿੱਧ ਡਾਕਟਰ ਨੇ ਮੈਨੂੰ ਹਾਲ 'ਚ ਹੀ ਇਸ ਬਾਰੇ ਦੱਸਿਆ। ਇਹ ਮਹਿਲਾ ਡਾਕਟਰ ਆਪਣੇ ਕੰਮ ਵਿੱਚ ਜਿਸ ਵਿਧੀ ਦਾ ਪ੍ਰਯੋਗ ਕਰਦੀ ਹੈ ਉਹ ਹਾਈ ਫ੍ਰੀਕੁਐਂਸੀ ਦੀ ਸਦੀਵੀ ਸਵਰ ਲਹਿਰਾਂ ਉਤਪੰਨ ਕਰਦੀਆਂ ਹਨ। ਜਦੋਂ ਇਹਨਾਂ ਨੂੰ ਸਰੀਰ ਦੇ ਅਸਾਧਾਰਨ ਉਤਕ ਵਾਲੇ ਹਿੱਸੇ ਉੱਤੇ ਕੇਂਦਰਿਤ ਕੀਤਾ ਜਾਂਦਾ ਹੈ ਤਾਂ ਪ੍ਰਭਾਵਿਤ ਕੋਸ਼ਿਕਾਵਾਂ ਅਲਟਰਾਸਾਊਂਡ ਦੇ ਪ੍ਰਤੀ ਗੂੰਜ ਵਿਅਕਤ ਕਰਦੀਆਂ ਹਨ। ਈਸ਼ਵਰ ਦੇ ਗੁਣਾਂ ਤੇ ਵਿਚਾਰ ਕਰਕੇ ਅਸੀਂ ਚੇਤਨਾ 'ਚ ਜਿੰਨਾ ਉੱਤੇ ਉੱਠਦੇ ਹਾਂ, ਸਦਭਾਵ, ਸਿਹਤ ਤੇ ਸ਼ਾਂਤੀ ਦੀ ਉਨੀ ਅਧਿਆਤਮਕ ਲਹਿਰਾਂ ਉਤਪੰਨ ਕਰਦੇ ਆ। ਜਿਨ੍ਹਾਂ ਤੇ ਇਹ ਲਹਿਰਾਂ ਕੇਂਦਰਿਤ ਹੈ ਉਹਨਾਂ ਗੂੰਜਾਂ ਦੇ ਰੂਪ ਵਿੱਚ ਪ੍ਰਤੀਕਿਰਿਆ ਕਰਦੇ ਆ ਤੇ ਪ੍ਰਾਰਥਨਾ ਦੀ ਇਸ ਤਕਨੀਕ ਤੋਂ ਕਈ ਅਲੌਕਿਕ ਉਪਚਾਰ ਹੋਏ ਹੈ। ਇੱਕ ਅਪੰਗ ਵਿਅਕਤੀ ਚੱਲਦਾ ਹੈ। ਡਾਕਟਰ ਕਿਵਿੰਬੀ ਆਪਣੇ ਉਪਚਾਰਕ ਕੈਰੀਅਰ 'ਚ ਪਰਮ ਵਿਧੀ ਦਾ ਪ੍ਰਯੋਗ ਅਕਸਰ ਕਰਦੇ ਹੈ। ਉਹਨਾਂ ਦੀ ਇੱਕ ਪਾਂਡੂਲਿਪੀ ਦੱਸਦੀ ਹੈ ਕਿ ਉਹਨਾਂ ਨੇ ਕਿਵੇਂ ਇੱਕ ਅਪੰਗ ਔਰਤ ਨੂੰ ਠੀਕ ਕੀਤਾ। ਉਸ ਮਹਿਲਾ ਨੂੰ ਦੇਖਣ ਗਏ ਜਿਹੜੀ ਅਪਾਹਜ ਸੀ, ਬਿਰਧ ਸੀ, ਬਿਸਤਰ ਤੇ ਪਈ ਸੀ। ਉਹ ਦੱਸਦੇ ਹੈ ਕਿ ਉਹਦੀ ਬਿਮਾਰੀ ਦਾ ਕਾਰਨ ਸਪਸ਼ਟ ਨਹੀਂ ਸੀ। ਉਹ ਇੰਨੇ ਨਿੱਕੇ ਧਰਮ ਮਤ ਵਿੱਚ ਕੈਦ ਸੀ ਕਿ ਖੜੀ ਨਹੀਂ ਹੋ ਸਕਦੀ ਸੀ, ਚੱਲ ਨਹੀਂ ਸਕਦੀ ਸੀ। ਉਹ ਭੈ ਤੇ ਅਗਿਆਨ ਦੀ ਕਬਰ 'ਚ ਰਹਿ ਰਹੀ ਸੀ ਕਿਉਂਕਿ ਉਹਨੇ ਬਾਈਬਲ ਨੂੰ ਅੱਖਰਾਂ ਵਾਂਗ ਲਿਆ, ਇਸ ਲਈ ਉਹ ਤੋਂ ਡਰ ਗਈ। ਕਿਵੰਬੀ ਨੇ ਕਿਹਾ ਇਸ ਕਬਰ 'ਚ ਉਹ ਈਸ਼ਵਰ ਦੀ ਮੌਜੂਦਗੀ ਤੇ ਸ਼ਕਤੀ ਬੰਧਨਾਂ ਨੂੰ ਤੋੜਨ ਤੇ ਮ੍ਰਿਤਿੂ ਤੋਂ ਮੋੜਨ ਦੀ ਕੋਸ਼ਿਸ਼ ਕਰ ਰਹੀ ਸੀ। ਜਦ ਮਹਿਲਾ ਨੇ ਦੂਜਿਆਂ ਕੋਲੋਂ ਬਾਈਬਲ ਦੇ ਇੱਕ ਪ੍ਰਸੰਗ ਦਾ ਅਰਥ ਪੁੱਛਿਆ ਤਾਂ ਜਵਾਬ ਪੱਥਰ ਵਾਂਗ ਮਿਲਿਆ। ਫਿਰ ਉਹ ਜੀਵਨ ਦੀ ਰੋਟੀ ਦੀ ਭੁੱਖ ਮਹਿਸੂਸ ਕਰਨ ਲੱਗੀ। ਡਾਕਟਰ ਕਿਵੰਬੀ ਨੇ ਉਹਦੇ ਮਸਲੇ ਦਾ ਹੱਲ ਕਰਦਿਆਂ ਕਿਹਾ ਕਿ ਉਹਦਾ ਦਿਮਾਗ ਰੋਮਾਂਚ ਤੇ ਡਰ ਦੇ ਕਾਰਨ ਰੁਕ ਗਿਆ ਹੈ, ਇਸ ਲਈ ਉਹ ਬਾਈਬਲ ਦੀ ਉਸ ਪ੍ਰਸੰਗ ਦਾ ਅਰਥ ਸਪਸ਼ਟ ਨਹੀਂ ਸਮਝ ਪਾਈ। ਇਸ ਲਈ ਉਹਦੇ ਸਰੀਰ 'ਚ ਭਾਰੀ ਤੇ ਮੰਦ ਭਾਵ ਆ ਗਏ ਜਿਹੜੇ ਕਿ ਅਧਰੰਗ 'ਚ ਬਦਲ ਗਏ। ਇਸ ਮੋੜ ਉੱਤੇ ਕਿਵੰਬੀ ਨੇ ਉਹਨੂੰ ਪੁੱਛਿਆ ਕਿ ਬਾਈਬਲ ਦੀ ਇਹਨਾਂ ਲਕੀਰਾਂ ਦਾ ਕੀ ਮਤਲਬ ਹੈ। ਥੋੜੇ ਸਮੇਂ ਲਈ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਉਸ ਪਰਮ ਪਿਤਾ ਦੇ ਕੋਲ ਚਲਾ ਜਾਵਾਂਗਾ ਜਿਹਨੇ ਮੈਨੂੰ ਭੇਜਿਆ। ਤੁਸੀਂ ਮੈਨੂੰ ਖੋਜੋਗੇ ਲੇਕਿਨ ਮੈਂ ਤੁਹਾਨੂੰ ਨਹੀਂ ਮਿਲਾਂਗਾ ਤੇ ਜਿੱਥੇ ਮੈਂ ਹਾਂ ਉੱਥੇ ਤੁਸੀਂ ਆ ਨਹੀਂ ਸਕਦੇ। ਉਹਨੇ ਜਵਾਬ ਦਿੱਤਾ ਇਹਦਾ ਮਤਲਬ ਹੈ ਕਿ ਈਸਾ ਮਸੀਹ ਸੁਰਗ ਚਲੇ ਗਏ ਹੈ। ਕਿਵੰਬੀ ਨੇ ਉਹਨੂੰ ਉਹਦਾ ਅਸਲ ਅਰਥ ਸਮਝਾਇਆ। ਉਹਨਾਂ ਨੇ ਦੱਸਿਆ ਉਹਦੇ ਨਾਲ ਥੋੜਾ ਸਮਾਂ ਰਹਿਣ ਦਾ ਮਤਲਬ ਉਹਦੇ ਲੱਛਣਾਂ, ਭਾਵਨਾਵਾਂ ਤੇ ਕਾਰਨਾਂ ਦਾ ਸਪਸ਼ਟੀਕਰਨ ਹੈ। ਉਹਨੂੰ ਉਸ ਮਹਿਲਾ ਦੀ ਹਾਲਤ ਉੱਤੇ ਦਿਆਲਤਾ ਤੇ ਹਮਦਰਦੀ ਹੁੰਦੀ ਹੈ ਲੇਕਿਨ ਉਹ ਇਸ ਮਾਨਸਿਕ ਅਵਸਥਾ 'ਚ ਨਹੀਂ ਰਹਿ ਸਕਦਾ। ਅਗਲਾ ਕਦਮ ਉਹਦੇ ਕੋਲ ਜਾਣਾ ਹੈ ਜਿਸ ਨੇ ਸਾਨੂੰ ਭੇਜਿਆ ਹੈ। ਕਿਵੰਬੀ ਨੇ ਦੱਸਿਆ ਇਹਦਾ ਇਸ਼ਾਰਾ ਸਾਡੇ ਸਾਰਿਆਂ ਵਿੱਚ ਮੌਜੂਦ ਈਸ਼ਵਰ ਦੀ ਰਚਨਾਤਮਕ ਸ਼ਕਤੀ ਹੈ। ਕਿਵੰਬੀ ਨੇ ਇੱਕਦਮ ਆਪਣੇ ਮਨ ਦੀ ਯਾਤਰਾ ਕੀਤੀ, ਦੈਵੀ ਸੰਪੂਰਨਤਾ ਉੱਤੇ ਮਨਨ ਕੀਤਾ। ਭਾਵ ਈਸ਼ਵਰ ਦੀ ਸਜੀਵਤਾ, ਬੁੱਧੀਮਤਾ, ਸਦਭਾਵ ਤੇ ਸ਼ਕਤੀ ਬਿਮਾਰ ਵਿਅਕਤੀ 'ਚ ਕੰਮ ਕਰ ਰਹੀ ਹੈ। ਉਹਨਾਂ ਨੇ ਮਹਿਲਾ ਨੂੰ ਕਿਹਾ ਇਸੇ ਲਈ ਜਿੱਥੇ ਮੈਂ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ ਕਿਉਂਕਿ ਤੂੰ ਆਪਣੇ ਸੌਣੇ ਵਿਚਾਰਾਂ 'ਚ ਰੋਗ ਨਾਲ ਪੀੜਤ ਹਾਜ਼ਰ ਹੋ ਜਦੋਂ ਕਿ ਮੈਂ ਸਿਹਤਮੰਦ ਹਾਂ। ਇਸ ਪ੍ਰਾਰਥਨਾ ਤੇ ਸਪਸ਼ਟੀਕਰਨ ਦਾ ਇੱਕਦਮ ਨਤੀਜਾ ਮਿਲਿਆ ਕਿ ਉਸ ਮਹਿਲਾ ਦੇ ਦਿਮਾਗ ਦਾ ਕਾਇਆ ਪਲਟ ਹੋ ਗਿਆ। ਉਹ ਬਿਨਾਂ ਵਿਸਾਖੀਆਂ ਦੇ ਚੱਲਣ ਲੱਗੀ। ਕਿਵੰਬੀ ਨੇ ਕਿਹਾ ਕਿ ਉਹ ਉਹਨਾਂ ਦੇ ਸਾਰੇ ਉਪਚਾਰਾਂ 'ਚ ਅਨੂਠਾ ਸੀ। ਉਹ ਬਿਲਕੁਲ ਗਲਤ ਸੀ ਤੇ ਉਹਨੂੰ ਸਜੀਵ ਕਰਨਾ ਜਾਂ ਸੱਤ ਸਮਝਾਉਣਾ ਮੁਰਦੇ ਨੂੰ ਜੀਵਤ ਕਰਨ ਵਰਗਾ ਸੀ। ਕਿਵੰਬੀ ਨੇ ਈਸਾ ਮਸੀਹ ਦੇ ਪੁਨਰ ਜੀਵਨ
ਨੂੰ ਉਸ ਮਹਿਲਾ ਦੇ ਆਪਣੀ ਸਿਹਤ ਉੱਤੇ ਲਾਗੂ ਕੀਤਾ। ਇਹਦਾ ਉਸ ਮਹਿਲਾ ਤੇ ਸਦੀਵੀ ਪ੍ਰਭਾਵ ਪਿਆ। ਕਿਵੰਬੀ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨੇ ਜੋ ਸੱਚ ਸਵੀਕਾਰ ਕੀਤਾ ਸੀ ਉਹ ਇਹੋ ਜਿਹਾ ਦੇਵਦੂਤ ਜਾਂ ਵਿਚਾਰ ਸੀ ਜਿਹੜਾ ਡਰ, ਅਗਿਆਨ ਤੇ ਅੰਧ ਵਿਸ਼ਵਾਸ ਦੇ ਪੱਥਰਾਂ ਨੂੰ ਲੁੜਕਾ ਦਿੰਦਾ ਸੀ। ਇਸ ਨਾਲ ਈਸ਼ਵਰ ਦੀ ਉਪਚਾਰਕ ਸ਼ਕਤੀ ਮੁਕਤ ਹੋਈ ਜਿਸ ਨੇ ਉਸ ਨੂੰ ਸਿਹਤਮੰਦ ਕਰ ਦਿੱਤਾ। ਆਦੇਸ਼ ਵਿਧੀ। ਸਾਡੇ ਸ਼ਬਦਾਂ 'ਚ ਸ਼ਕਤੀ ਉਹਨਾਂ ਦੇ ਪਿੱਛੇ ਦੀ ਭਾਵਨਾ ਤੇ ਵਿਸ਼ਵਾਸ ਦੇ ਅਨੁਰੂਪ ਆਉਂਦੀ ਹੈ। ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੇ ਸ਼ਬਦਾਂ ਦੇ ਪਿੱਛੇ ਦੁਨੀਆ ਸਾਡੇ ਹੱਕ ਵਿੱਚ ਚਲਾਉਣ ਵਾਲੀ ਸ਼ਕਤੀ ਹੈ ਤਾਂ ਸਾਡਾ ਆਤਮ ਵਿਸ਼ਵਾਸ ਵੱਧ ਜਾਂਦਾ ਹੈ। ਤੁਸੀਂ ਇਸ ਵਿੱਚ ਹੋਰ ਜ਼ਿਆਦਾ ਸ਼ਕਤੀ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ। ਇਸ 'ਚ ਕਿਸੇ ਤਰ੍ਹਾਂ ਦਾ ਮਾਨਸਿਕ ਦਬਾਅ, ਬਲ ਪ੍ਰਯੋਗ ਜਾਂ ਮਾਨਸਿਕ ਕੁਸ਼ਤੀ ਨਹੀਂ ਹੋਣੀ ਚਾਹੀਦੀ। ਇੱਕ ਮੁਟਿਆਰ ਨੇ ਆਦੇਸ਼ ਵਿਧੀ ਜਿਕਰੀ ਮੈਥਡ ਦਾ ਇਸਤੇਮਾਲ ਇੱਕ ਗੱਭਰੂ ਉੱਤੇ ਕੀਤਾ ਜੋ ਲਗਾਤਾਰ ਉਹਨੂੰ ਫੋਨ ਕਰਕੇ ਤੰਗ ਕਰ ਰਿਹਾ ਸੀ, ਡੇਟਿੰਗ ਉੱਤੇ ਜਾਣ ਲਈ ਦਬਾਅ ਪਾ ਰਿਹਾ ਸੀ। ਉਸ ਕੋਲੋਂ ਛੁਟਕਾਰਾ ਪਾਉਣਾ ਮੁਟਿਆਰ ਨੂੰ ਬੜਾ ਔਖਾ ਲੱਗ ਰਿਹਾ ਸੀ। ਜਦੋਂ ਉਹਦੇ ਆਫਿਸ 'ਚ ਵੀ ਆਉਣ ਲੱਗਾ ਤਾਂ ਮੁਟਿਆਰ ਸਮਝ ਗਈ ਕਿ ਹੁਣ ਉਹਨੂੰ ਇੱਕਦਮ ਕੋਈ ਪ੍ਰਭਾਵੀ ਕਦਮ ਚੁੱਕਣਾ ਪਏਗਾ। ਦਿਨ 'ਚ ਕਈ ਵਾਰ ਉਹ ਆਪ ਨੂੰ ਸ਼ਾਂਤ ਅਵਸਥਾ 'ਚ ਲਿਆ ਕੇ ਬਾਰ-ਬਾਰ ਇਹ ਆਦੇਸ਼ ਦੇਣ ਲੱਗੀ, ਮੈਂ JR ਨੂੰ ਈਸ਼ਵਰ ਲਈ ਮੁਕਤ ਕਰਦੀ ਹਾਂ। ਉਹ ਹਰ ਵੇਲੇ ਆਪਣੀ ਸਹੀ ਜਗ੍ਹਾ 'ਤੇ ਹੈ। ਮੈਂ ਸੁਤੰਤਰ ਹਾਂ, ਉਹ ਸੁਤੰਤਰ ਹੈ। ਮੈਂ ਹੁਣ ਆਦੇਸ਼ ਦਿੰਦੀ ਹਾਂ ਕਿ ਮੇਰੇ ਸ਼ਬਦ ਅਸੀਮ ਮਸਤਿਸ਼ਕ ਵਿੱਚ ਪੁੱਜ ਕੇ ਇਹਨੂੰ ਅਸਲ ਵਿੱਚ ਤਬਦੀਲ ਕਰ ਦੇਣ। ਇੰਝ ਹੀ ਹੋਵੇ। ਉਹਨੇ ਦੱਸਿਆ ਗੱਭਰੂ ਉਹਦੀ ਜ਼ਿੰਦਗੀ ਤੋਂ ਇੱਕਦਮ ਹੀ ਗਾਇਬ ਹੋ ਗਿਆ। ਉਸ ਮੁਟਿਆਰ ਨੂੰ ਦੁਬਾਰਾ ਨਹੀਂ ਦਿਸਿਆ। ਉਹ ਕਹਿੰਦੀ ਹੈ ਕਿ ਇੰਝ ਲੱਗਿਆ ਜਿਵੇਂ ਉਹਨੂੰ ਜ਼ਮੀਨ ਨੇ ਜਜ਼ਬ ਕਰ ਲਿਆ ਹੋਵੇ। ਤੁਸੀਂ ਕਿਸੇ ਚੀਜ਼ ਨੂੰ ਆਦੇਸ਼ ਦਿਓਗੇ ਤਾਂ ਇਹ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਏਗੀ ਤੇ ਤੁਹਾਡੇ ਰਸਤੇ ਤੇ ਰੌਸ਼ਨੀ ਬਲ ਜਾਏਗੀ। ਵਿਗਿਆਨਕ ਸੱਚਾਈ ਤੋਂ ਲਾਹਾ ਲਓ। ਪਹਿਲਾ, ਮਾਨਸਿਕ ਇੰਜੀਨੀਅਰ ਬਣੋ। ਜ਼ਿਆਦਾ ਵਿਆਪਕ ਤੇ ਮਹਾਨ ਜੀਵਨ ਬਣਾਉਣ ਲਈ ਅਜ਼ਮਾਈਆਂ ਹੋਈਆਂ ਤੇ ਸਮੇਂ ਸਿੱਧ ਤਕਨੀਕਾਂ ਦਾ ਪ੍ਰਯੋਗ ਕਰੋ। ਦੂਸਰਾ, ਤੁਹਾਡੀ ਮਨੋਕਾਮਨਾ ਤੁਹਾਡੀ ਪ੍ਰਾਰਥਨਾ ਹੈ। ਇਸ ਵੇਲੇ ਆਪਣੀ ਮਨੋਕਾਮਨਾ ਪੂਰੀ ਹੋਣ ਦੀ ਤਸਵੀਰ ਬਣਾਓ ਤੇ ਇਹਦੀ ਵਾਸਤਵਿਕਤਾ ਨੂੰ ਮਹਿਸੂਸ ਕਰੋ। ਤੁਹਾਡੀ ਮਨੋਕਾਮਨਾ ਸੱਚਮੁੱਚ ਹੀ ਪੂਰੀ ਹੋ ਜਾਏਗੀ। ਤੀਸਰਾ, ਚੀਜ਼ਾਂ ਨੂੰ ਸੌਖੇ ਤਰੀਕੇ ਨਾਲ ਹਾਸਲ ਕਰਨ ਦੀ ਇੱਛਾ ਕਰੋ, ਮਾਨਸਿਕ ਵਿਗਿਆਨ ਦੀ ਅਚੂਕ ਮਦਦ ਨਾਲ। ਚੌਥਾ, ਤੁਸੀਂ ਆਪਣੇ ਮਨ ਦੇ ਸਟੂਡੀਓ 'ਚ ਸੋਚੇ ਗਏ ਵਿਚਾਰਾਂ ਤੋਂ ਚੰਗੀ ਸਿਹਤ, ਸਫਲਤਾ ਤੇ ਖੁਸ਼ੀ ਦੀਆਂ ਤਸਵੀਰਾਂ ਬਣਾ ਸਕਦੇ ਹੋ। ਪੰਜਵਾਂ, ਵਿਗਿਆਨਕ ਤੌਰ ਤੇ ਪ੍ਰਯੋਗ ਕਰਦੇ ਰਹੋ ਜਦ ਤੱਕ ਕਿ ਤੁਸੀਂ ਆਪਣੇ ਸਾਹਮਣੇ ਸਾਬਤ ਨਾ ਕਰ ਦਿਓ ਕਿ ਤੁਹਾਡੀ ਚੇਤਨ ਸੋਚ ਤੇ ਤੁਹਾਡੀ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਦੀ ਹਮੇਸ਼ਾ ਸਿੱਧੀ ਪ੍ਰਕਿਰਿਆ ਹੁੰਦੀ ਹੈ। ਛੇਵਾਂ, ਆਪਣੀ ਮਨੋਕਾਮਨਾ ਦੀ ਨਿਸ਼ਚਿਤ ਉਪਲਬਧੀ ਤੇ ਪੂਰਵ ਅਨੁਮਾਨ ਵਿੱਚ ਖੁਸ਼ੀ ਤੇ ਆਰਾਮ ਨੂੰ ਅਨੁਭਵ ਕਰੋ। ਤੁਸੀਂ ਆਪਣੇ ਮਸਤਿਸ਼ਕ ਵਿੱਚ ਜਿਹੜੀ ਤਸਵੀਰ ਰੱਖੋ ਉਹ ਉਹਨਾਂ ਚੀਜ਼ਾਂ ਦੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਆਸਥਾ ਹੋਵੇ ਲੇਕਿਨ ਪ੍ਰਮਾਣ ਨਾ ਹੋਵੇ। ਇੱਕ ਮਾਨਸਿਕ ਤਸਵੀਰ 1000 ਸ਼ਬਦਾਂ ਦੇ ਬਰਾਬਰ ਹੈ। ਤੁਸੀਂ ਆਸਥਾ ਨਾਲ ਆਪਣੇ ਮਨ 'ਚ ਜਿਹਨੂੰ ਰੱਖੋਗੇ ਤੁਹਾਡਾ ਅਵਚੇਤਨ ਉਹਨੂੰ ਹਕੀਕਤ ਵਿੱਚ ਬਦਲ ਦੇਵੇਗਾ। ਅੱਠਵਾਂ, ਪ੍ਰਾਰਥਨਾ ਵਿੱਚ ਕਿਸੇ ਤਰ੍ਹਾਂ ਦੀ ਜਬਰਨ ਕੋਸ਼ਿਸ਼ ਜਾਂ ਮਾਨਸਿਕ ਦਬਾਅ ਦਾ ਪ੍ਰਯੋਗ ਨਾ ਕਰੋ। ਉਨੇਂਦਰੀ ਨਿਸ਼ਕਰੀ ਅਵਸਥਾ 'ਚ ਪੁੱਜ ਜਾਓ। ਇਸ ਅਹਿਸਾਸ ਨਾਲ ਸੌਂ ਜਾਓ ਕਿ ਤੁਹਾਡੀ ਪ੍ਰਾਰਥਨਾ ਦਾ ਜਵਾਬ ਮਿਲ ਜਾਏਗਾ। ਨੌਵਾਂ, ਯਾਦ ਰੱਖੋ ਕਿਰਤੱਗ ਹਿਰਦਾ ਹਮੇਸ਼ਾ ਬ੍ਰਹਿਮੰਡ ਦੀ ਸਮਰਿੱਧੀ ਦੇ ਨੇੜੇ ਹੁੰਦਾ ਹੈ। 10ਵਾਂ, ਸਕਾਰਾਤਮਕ ਪੁਸ਼ਟੀ ਕਰਨ ਦਾ ਮਤਲਬ ਇਹ ਹੈ ਕਿ ਇੰਝ ਹੀ ਹੈ ਤੇ ਵਿਪਰੀਤ ਨਤੀਜਿਆਂ ਦੇ ਬਾਵਜੂਦ ਜਦੋਂ ਤੁਸੀਂ ਇਸ ਮਾਨਸਿਕ ਨਜ਼ਰੀਏ ਨੂੰ ਸੱਚ ਮੰਨਦੇ ਹੋ ਤਾਂ ਤੁਹਾਨੂੰ ਪ੍ਰਾਰਥਨਾ ਦਾ ਜਵਾਬ ਮਿਲ ਜਾਂਦਾ ਹੈ। 11ਵਾਂ, ਈਸ਼ਵਰ ਦੇ ਪ੍ਰੇਮ ਤੇ ਮਹਿਮਾ ਬਾਰੇ ਸੋਚ ਕੇ ਇਕਸੁਰਤਾ, ਸਿਹਤ ਤੇ ਸ਼ਾਂਤੀ ਦੀਆਂ ਲਹਿਰਾਂ ਉਤਪੰਨ ਕਰੋ। 12ਵਾਂ, ਤੁਸੀਂ ਜੋ ਆਦੇਸ਼ ਦਿੰਦੇ ਹੋ ਤੇ ਜਿਸ ਨੂੰ ਸੱਚ ਮਹਿਸੂਸ ਕਰਦੇ ਹੋ ਉਹ ਸੱਚ ਹੋ ਜਾਏਗਾ। ਇਕਸੁਰਤਾ, ਸਿਹਤ, ਸ਼ਾਂਤੀ ਤੇ ਸਮਰਿੱਧੀ ਦੇ ਆਦੇਸ਼ ਦਿਓ। ਧੰਨਵਾਦ।